रेड एफएम ਤੇ ਤੁਹਾਡਾ ਸਵਾਗਤ ਹੈ। ਮੈਂ ਸ਼ੁਭਕਰਮਨ ਢਾਲੀਵਾਲ। ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਅੰਦਰ ਲਗਾਤਾਰ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ। ਮਾਨਸਾ ਪੁਲਿਸ ਨੇ ਹੁਣ ਸਿੰਗਰ ਬੱਬੂ ਮਾਨ, ਮਨਕੀਰਤ ਔਲਖ, ਦਿਲਪ੍ਰੀਤ ਢਿੱਲੋਂ ਅਤੇ ਵਿੱਕੀ ਮਿੱਡੂ ਖੇੜਾ ਦੇ ਭਰਾ ਅਜੇਪਾਲ ਮਿੱਡੂ ਖੇੜਾ ਨੂੰ ਵੀ ਸਮਨ ਕੀਤਾ ਹੈ। ਕੁਸ਼ਨੀ ਵਾਸਤੇ ਬੁਲਾਇਆ ਜਾਊਗਾ, ਜਾਂਚ ਸ਼ਾਮਿਲ ਕੀਤਾ ਜਾਊਗਾ। ਇਸ ਦੇ ਉੱਤੇ ਹੀ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਰਿਤੇਸ਼ ਲੱਖੀ ਜੀ ਨੇ। ਲੱਖੀ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ ਜੀ। ਲੱਖੀ ਜੀ, ਰੀਸੈਂਟ ਡਿਵੈਲਪਮੈਂਟਸ ਆਈਆਂ। ਮਾਨਸਾ ਪੁਲਿਸ ਨੇ ਹੁਣ ਸਮਨਿੰਗ ਕੀਤੀ ਹੈ, ਖਾਸ ਤੌਰ ਤੇ ਜਿਹੜਾ ਇੱਕ ਨਵਾਂ ਨਾਮ ਹੁਣ ਤਫਤੀਸ਼ ਚ ਆਇਆ ਬੱਬੂ ਮਾਨ ਦਾ। ਮਨਕੀਰਤ ਔਲਖ ਦੇ ਉੱਤੇ ਪਹਿਲਾਂ ਵੀ ਸਵਾਲ ਚੱਕੇ ਗਏ ਸੀਗੇ, ਉਹਨੇ ਸਪਸ਼ਟੀਕਰਨ ਵੀ ਦਿੱਤਾ, ਪਰ ਬੱਬੂ ਮਾਨ ਨੂੰ ਸਮਨ ਕੀਤਾ ਗਿਆ ਕੁਐਸਚਨਿੰਗ ਪਿੱਛੇ। ਕਿਵੇਂ ਦੇਖਦੇ ਹੋ ਇਸ ਡਿਵੈਲਪਮੈਂਟ ਨੂੰ ਤੇ ਕੀ ਹੋ ਸਕਦਾ ਵੀ ਕਿਸ ਕਾਰਨ ਬੁਲਾਇਆ ਜਾ ਸਕਦਾ ਬੱਬੂ ਮਾਨ ਨੂੰ? ਦੇਖੋ ਸ਼ੁਭਕਰਮਨ, ਆਪਾਂ ਸਭ ਜਾਣਦੇ ਹਾਂ ਕਿ ਪੰਜਾਬ ਪੁਲਿਸ ਇਸ ਵਕਤ ਕਾਫੀ ਪ੍ਰੈਸ਼ਰ ਦੇ ਹੇਠ ਹੈ। ਉਹਦਾ ਵੱਡਾ ਕਾਰਨ ਇਹੀ ਹੈ ਕਿ ਗੋਲਡੀ ਬਰਾੜ ਦੀ ਕਸਟਡੀ ਨੂੰ ਲੈ ਕੇ, ਉਸਦੀ ਹਿਰਾਸਤ ਵਿੱਚ ਹੋਣ ਨੂੰ ਲੈ ਕੇ ਜਿਹੜਾ ਭੰਬਲ ਭੂਸਾ ਬਣਿਆ ਹੋਇਆ ਹੈ। ਇੱਕ ਪਾਸੇ ਸਰਕਾਰ ਦੇ ਜਾਂ ਪੁਲਿਸ ਦੇ ਦਾਅਵੇ ਤੇ ਦੂਸਰੇ ਪਾਸੇ ਗੋਲਡੀ ਬਰਾੜ ਦੇ ਦਾਅਵੇ, ਇਹ ਸਾਰੀ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਹ ਲੋੜ ਮਹਿਸੂਸ ਹੋ ਰਹੀ ਹੈ ਕਿ ਕਾਰਵਾਈ ਨੂੰ ਤੇਜ਼ ਕੀਤਾ ਜਾਏ। ਮੈਂ ਇੱਥੇ ਦੱਸ ਦੇਵਾਂ ਕਿ ਇਹ ਤਾਂ ਇੱਕ ਕਾਰਨ ਹੈ ਕਿ ਹੁਣ ਹੋਰ ਪੱਖੋਂ ਜਿਹੜੀ ਹੋਰ ਫਰੰਟਾਂ ਦੇ ਉੱਤੇ ਪੜਤਾਲ ਥੋੜੀ ਜਿਹੀ ਢਿੱਲੀ ਪੈ ਚੁੱਕੀ ਸੀ। ਮੇਰੀ ਅੱਜ ਤੋਂ ਕੁਝ ਦਿਨ ਪਹਿਲਾਂ ਸਰਦਾਰ ਬਲਕੌਰ ਸਿੰਘ ਹੋਰਾਂ ਨਾਲ ਗੱਲਬਾਤ ਹੋਈ ਸੀ ਫੋਨ ਉੱਤੇ, ਜਦੋਂ ਗੋਲਡੀ ਬਰਾੜ ਦੀ ਗ੍ਰਿਫਤਾਰੀ, ਕਥਿਤ ਗ੍ਰਿਫਤਾਰੀ ਨੂੰ ਲੈ ਕੇ ਖਬਰਾਂ ਨਸ਼ਰ ਹੋਈਆਂ, ਜਾਂ ਮੈਂ ਵੀ ਉਹ ਖਬਰ ਦਿੱਤੀ ਸੀ, ਆਪਾਂ ਆਪਣੇ ਪਲੇਟਫਾਰਮ ਤੋਂ ਵੀ ਖਬਰ ਦਿੱਤੀ ਸੀ, ਜੋ ਕਿ ਇਸ ਵਕਤ ਜਿਹੜੀ ਸੂਚਨਾ ਹੁਣ ਲੇਟੈਸਟ ਇਮਰਜ ਕਰਦੀ ਪਈ ਹੈ। ਗੋਲਡੀ ਬਰਾੜ ਦੀ ਇੰਟਰਵਿਊ ਜੋ ਕਿ ਆਪਣੇ ਚੈਨਲ ਤੇ ਚੱਲੀ ਹੈ, ਉਸ ਤੋਂ ਬਾਅਦ ਉਹ ਇਹ ਹੈ ਕਿ FBI ਦੀ ਵਾਚ ਲਿਸਟ ਉੱਤੇ, ਉਹੀ ਗੱਲਬਾਤ ਆਪਾਂ ਕਹਿ ਰਹੇ ਸੀ ਕਿ FBI ਦੀ ਵਾਚ ਲਿਸਟ ਉੱਤੇ ਹੋਣ ਦੀ ਸੰਭਾਵਨਾ ਸੀ, ਹੈ, ਤੇ ਹੁਣ ਇਹ ਇਨਪੁਟਸ ਆ ਰਹੀਆਂ ਨੇ, ਸੋਰਸ ਰਿਪੋਰਟਸ ਆ ਰਹੀਆਂ ਨੇ। ਲੇਕਿਨ ਆ ਜਿਹੜੀ ਮੇਜਰ ਡਿਵੈਲਪਮੈਂਟ ਹੈ ਤਾਂ ਇੱਕ ਵੱਡਾ ਕਾਰਨ ਇਹ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਕਾਫੀ ਸਮੇਂ ਤੋਂ ਇਸ ਚੀਜ਼ ਤੋਂ ਡਿਸਸੈਟਿਸਫਾਈਡ ਚੱਲ ਰਹੇ ਸੀ, ਜਿਨ੍ਹਾਂ ਦਾ ਉਹਨਾਂ ਦਾ ਆਪਾਂ ਪਹਿਲਾਂ ਵੀ ਆਪਣੇ ਇਸ ਮੰਚ ਤੋਂ ਜ਼ਿਕਰ ਕੀਤਾ ਕਿ ਜਦੋਂ ਇੰਗਲੈਂਡ ਗਏ ਦੌਰੇ ਦੇ ਉੱਤੇ, ਉੱਥੇ ਉਹਨਾਂ ਨੇ ਬਾਰ-ਬਾਰ ਕਹੀ ਕਿ ਜਿਹੜੀ ਰਫ਼ਤਾਰ ਹੈ ਉਹ ਸਹੀ ਨਹੀਂ ਹੈ, ਸੰਜੀਦਗੀ ਨਾਲ, ਗੰਭੀਰਤਾ ਦੇ ਨਾਲ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ, ਮਰਡਰ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਹੋ ਪਾ ਰਹੀ ਹੈ। ਸੋ ਕਾਫੀ ਪ੍ਰੈਸ਼ਰ ਸੀ, ਤੇ ਜੇ ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਨਾ ਕੀਤੀ ਜਾਂਦੀ, ਮਾਨਸਾ ਪੁਲਿਸ ਨੇ ਜਿਹੜੇ ਸਮਨ ਬੱਬੂ ਮਾਨ, ਮਨਕੀਰਤ ਔਲਖ ਵਗੈਰਾ ਨੂੰ ਭੇਜੇ ਨੇ, ਇੱਕ ਸ਼ਾਇਦ ਇੱਕ ਡਾਇਰੈਕਟਰ ਨਿਸ਼ਾਨ ਸਿੰਘ, ਉਹਨਾਂ ਨੂੰ ਵੀ ਭੇਜਿਆ ਗਿਆ ਹੈ, ਉਸ ਸਥਿਤੀ ਦੇ ਵਿੱਚ ਪੋਸੀਬਲ ਸੀ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਇੱਕ ਸਟੈਂਡ ਲੈ ਜਾਂਦੇ। ਤੇ ਇਹ ਜਿਹੜਾ ਹੁਣ ਇੱਕ ਹੋਰ ਵੱਡੀ ਗਫਲਤ ਹੋਈ ਹੈ ਗੋਲਡੀ ਬਰਾੜ ਦੀ ਕਥਿਤ ਗ੍ਰਿਫਤਾਰੀ ਜਾਂ ਉਸਦੀ ਕਥਿਤ ਡਿਟੈਂਸ਼ਨ ਨੂੰ ਲੈ ਕੇ ਜਿਹੜੀ ਸਟੇਟਮੈਂਟ ਮੁੱਖ ਮੰਤਰੀ ਵੱਲੋਂ ਦਿੱਤੀ ਗਈ, ਉਸ ਤੋਂ ਬਾਅਦ ਸਥਿਤੀ ਹੁਣ ਆਊਟ ਆਫ ਹੈਂਡ ਨਾ ਚਲੀ ਜਾਏ, ਇਸ ਵਾਸਤੇ ਪੰਜਾਬ ਪੁਲਿਸ ਨੇ ਜਾਂ ਪੰਜਾਬ ਸਰਕਾਰ ਨੇ, ਮਾਨਸਾ ਪੁਲਿਸ ਨੇ ਆਪਣੀ ਕਾਰਵਾਈ ਨੂੰ ਹੋਰ ਫੁਟਿੰਗ ਦੇ ਉੱਤੇ ਅੱਗੇ ਤੋਰਨ ਅਤੇ ਮਨੋਰਥ ਦੇ ਨਾਲ ਮੈਨੂੰ ਲੱਗਦਾ ਇਹ ਪੜਤਾਲ ਨੂੰ ਅੱਗੇ ਤੋਰਿਆ ਹੈ। ਤੇ ਇਹ ਚੀਜ਼ ਬੜੀ ਲੋੜੀਂਦੀ ਸੀ, ਕਿਉਂਕਿ ਕਿਤੇ ਨਾ ਕਿਤੇ ਇਹ ਲੱਗ ਰਿਹਾ ਸੀ ਕਿ ਤੁਸੀਂ ਸਿੰਗਰਸ ਨੂੰ ਕੁਐਸਚਨ ਕਿਉਂ ਨਹੀਂ ਕਰ ਰਹੇ ਹੋ। ਉਹ ਗੱਲਾਂ ਬਾਤਾਂ ਹੈ ਜੋ ਇਲਜ਼ਾਮ ਸਰਦਾਰ ਬਲਕੌਰ ਸਿੰਘ ਵੱਲੋਂ ਲਾਏ ਗਏ ਨੇ, ਉਹਨਾਂ ਨੇ ਤਾਂ ਨਾਂ ਲਏ ਹੈਗੇ ਨੇ ਸਭ ਦੇ। ਮਨਕੀਰਤ ਔਲਖ ਦਾ ਡੇ 1 ਤੋਂ ਹੀ ਨਾਂ ਇਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਦੇ ਪੱਖੋਂ ਆ ਰਿਹਾ ਸੀ। ਬੱਬੂ ਮਾਨ ਦਾ ਨਾਂ ਥੋੜੇ ਦਿਨ ਬਾਅਦ, ਥੋੜੇ ਮਹੀਨਿਆਂ ਬਾਅਦ ਉੱਭਰਨਾ ਸ਼ੁਰੂ ਹੋਇਆ। ਲੇਕਿਨ ਹੁਣ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਸਿੰਗਰਸ ਨੂੰ ਬੁਲਾਇਆ ਜਾਏਗਾ। ਹਾਲਾਂਕਿ ਤਰੀਕ ਨਹੀਂ ਦੱਸੀ ਗਈ ਹੈ ਵੀ ਸਮਨ ਕਿਸ ਤਰੀਕ ਲਈ ਦਿੱਤੇ ਗਏ ਨੇ, ਕਿਉਂਕਿ ਉਸਦੇ ਸੁਰੱਖਿਆ ਕਾਰਨ ਹੈਗੇ ਨੇ। ਮਨਕੀਰਤ ਔਲਖ ਤੇ ਬੱਬੂ ਮਾਨ ਇਸ ਵਕਤ ਆਲਰੇਡੀ ਇੱਕ ਬਹੁਤ ਹੀ ਹਾਈ ਲੈਵਲ ਆਫ ਥ੍ਰੈਟ ਪਰਸੈਪਸ਼ਨ ਦੇ ਵਿੱਚ ਹੈਗੇ ਨੇ। ਸੋ ਉਹ ਜ਼ਿਆਦਾ ਸੂਚਨਾ ਨਹੀਂ ਉਹਦੇ ਬਾਰੇ ਮੀਡੀਆ ਨੂੰ ਸ਼ੇਅਰ ਕੀਤੀ ਗਈ, ਤੇ ਕੀਤੀ ਵੀ ਨਹੀਂ ਜਾਣੀ ਚਾਹੀਦੀ ਮੈਨੂੰ ਲੱਗਦਾ। ਇਸ ਤੋਂ ਪਹਿਲਾਂ ਅਜੇ ਮਿੱਡੂ ਖੇੜਾ, ਜਿਹੜੇ ਵਿੱਕੀ ਮਿੱਡੂ ਖੇੜਾ ਦੇ ਭਰਾ ਨੇ, ਉਹਨਾਂ ਨੂੰ ਦੱਸਿਆ ਜਾਂਦਾ ਕਿ ਸਮਨ ਕੀਤਾ ਗਿਆ ਤੇ ਉਹਨਾਂ ਤੋਂ ਪੁੱਛਗਿੱਛ ਵੀ ਹੋਈ ਅਤੇ ਕੁਐਸਚਨਿੰਗ ਤੋਂ ਬਾਅਦ ਉਹਨਾਂ ਨੂੰ ਫਿਰ ਜਾਣ ਦਿੱਤਾ ਗਿਆ। ਸੋ ਇਹ ਸਾਰੀ ਚੀਜ਼ਾਂ ਇੱਕ ਜਿਸ ਨੂੰ ਕਹਿ ਸਕਦੇ ਕਿ ਰਿਐਕਸ਼ਨ ਹੈ ਉਸ ਸਥਿਤੀ ਦਾ, ਜੋ ਕਿ ਇਸ ਵਕਤ ਪੰਜਾਬ ਦੇ ਵਿੱਚ ਗੋਲਡੀ ਬਰਾੜ ਦੇ ਸੰਦਰਭ ਦੇ ਵਿੱਚ ਬਣੀ ਹੋਈ ਹੈ ਤੇ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਜੋ ਹਾਲਾਤ ਬਣੇ। ਲੱਕੀ, ਥੋੜਾ ਇਸ ਗੱਲ ਦੇ ਉੱਤੇ ਵੀ ਜੇ ਤੁਸੀਂ ਚਾਨਣ ਪਾ ਦਿਓ ਵੀ ਇੰਡਸਟਰੀ ਦੇ ਅੰਦਰ ਕਿਸ ਲੈਵਲ ਤੱਕ ਇਨਵੋਲਵਡ ਹੈ ਅੰਡਰਵਰਲਡ, ਜੇ ਗੱਲ ਕਰ ਲਈ ਜਾਵੇ, ਕਿਉਂਕਿ ਮਨਕੀਰਤ ਔਲਖ ਤਾਂ ਬਾਰੀ-ਬਾਰੀ ਆ ਕੇ ਸਪਸ਼ਟੀਕਰਨ ਦੇ ਚੁੱਕਿਆ ਵੀ ਮੈਂ ਨਹੀਂ ਹੈਗਾ। ਹਾਲਾਂਕਿ ਜੇਲ੍ਹ ਦੇ ਅਖਾੜੇ ਦੇ ਉਹਨਾਂ ਦੀ ਬਾਰੀ-ਬਾਰੀ ਗੱਲ ਸਾਹਮਣੇ ਲਿਆਂਦੀ ਜਾਂਦੀ ਹੈ ਵੀ ਜੇਲ੍ਹ 'ਚ ਅਖਾੜਾ ਲਾਇਆ ਸੀ ਜਿੱਥੇ ਲਾਰੈਂਸ ਬਿਸ਼ਨੋਈ ਜਾਂ ਹੋਰ ਉਹਨਾਂ ਦੇ ਗੈਂਗ ਦੇ ਮੈਂਬਰਸ ਲੌਇਡ ਸੀਗੇ। ਵਿੱਕੀ ਮਿੱਡੂ ਖੇੜਾ ਵੀ ਉਸ ਅਖਾੜੇ 'ਚ ਸ਼ਾਮਿਲ ਸੀਗਾ, ਮੌਜੂਦ ਸੀ ਉਸ ਦੌਰਾਨ। ਤਾਂ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਤੇ ਹੁਣ ਬੱਬੂ ਮਾਨ ਦਾ ਐਂਗਲ ਕਿਵੇਂ ਇਸ ਚੀਜ਼ ਦੇ ਅੰਦਰ ਆਉਂਦਾ, ਕਿਉਂਕਿ ਇੰਡਸਟਰੀ ਦੇ ਜੇ ਆਫ ਦਾ ਰਿਕਾਰਡ ਕੋਈ ਬੰਦਾ ਗੱਲ ਕਰਦਾ ਤਾਂ ਕਹਿੰਦਾ ਥੋੜਾ ਬਹੁਤਾ ਤਕਰਾਰ ਸੀਗੀ ਸਿੱਧੂ ਮੂਸੇਵਾਲੇ ਨਾਲ। ਜੇ ਕੰਪੀਟੀਸ਼ਨ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰੋ, ਕਿਉਂਕਿ ਸਿੱਧੂ ਮੂਸੇਵਾਲੇ ਨੇ ਆਪਣੇ ਗਾਣਿਆਂ 'ਚ ਵੀ ਕਿਹਾ, ਹਾਲ ਹੀ SYL ਗੀਤ ਵੀ ਕਿਹਾ ਸੀਗਾ ਵੀ ਰੋਂਦਾ ਕਿਹਾ ਅੜਬ ਪੰਜਾਬੀ ਬੱਬੂ ਮਾਨ ਦੇ ਗਾਣੇ ਦਾ ਇੱਕ ਨਾਮ ਸੀਗਾ। ਤਾਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਤੇ ਕੋਲ ਮੇਰੇ ਕੋਲ ਕੋਈ ਐਸੇ ਪੁਖਤਾ ਆਧਾਰ ਨਹੀਂ ਮੈਂ ਮੰਨਦਾ ਹਾਂ, ਅਦਰ ਦੈਨ ਦਾ ਫੈਕਟ ਕਿ ਸਰਦਾਰ ਬਲਕੌਰ ਸਿੰਘ ਹੋਣਾ ਨੇ ਜਿਹੜੇ ਇਲਜ਼ਾਮ ਲਾਏ ਨੇ, ਉਹਨਾਂ ਨੇ ਇਹਨਾਂ ਸਿੰਗਰਸ ਦੇ ਬਾਰੇ ਇਸ਼ਾਰਾ ਵੀ ਕੀਤਾ ਡੇ 1 ਤੋਂ। ਉਹ ਕਹਿ ਰਹੇ ਨੇ, ਤੇ ਉਹਨਾਂ ਦੀ ਸ਼ਿਕਾਇਤ ਦੇ ਮੁਤਾਬਕ ਮਿਊਜ਼ਿਕ ਇੰਡਸਟਰੀ ਦੇ ਜਿਹੜੇ ਅਸਲ ਦੇ ਵਿੱਚ ਕੁਝ ਅਜਿਹੇ ਲੋਕ ਸਨ ਜਿਨ੍ਹਾਂ ਦਾ ਸਿੱਧੂ ਮੂਸੇਵਾਲਾ ਦੇ ਨਾਲ ਤਕਰਾਰ ਚੱਲਦੀ ਪਈ ਸੀ,
ਜੋ ਕਿ ਸਿੱਧੇ ਪੱਧਰ ਉੱਤੇ ਚੱਲਦੀ ਪਈ ਸੀ, ਕਿਉਂਕਿ ਸਿੱਧੂ ਮੂਸੇਵਾਲਾ ਦੇ ਨਾਲ ਉਹਨਾਂ ਨੇ ਆਪਸ ਦੇ ਵਿੱਚ ਸ਼ੁਰੂਆਤੀ ਸਟੇਜ ਦੇ ਵਿੱਚ ਉਸਦਾ ਬਿਜ਼ਨਸ ਜਿਹੜਾ ਮੈਨੇਜਮੈਂਟ ਕਹਿ ਲਓ ਜਾਂ ਉਸਦੀ ਜਿਹੜੀ ਕੰਮਕਾਜ ਦਾ ਸਾਂਭ ਸੰਭਾਲ ਸੀ ਉਹ ਕੀਤੀ ਸੀ। ਮੈਂ ਜੋਤੀ ਪੰਡੇਰ ਦੀ ਗੱਲ ਕਰ ਰਿਹਾ ਤੇ ਮੈਂ ਕਨਵਰਪਾਲ ਗਰੇਵਾਲ ਦੀ ਗੱਲ ਕਰ ਰਿਹਾ, ਉਹਦੇ ਨਾਲ 2-3 ਹੋਰ ਲੋਕ ਜਿਹੜੇ ਸੀਗੇ, ਉਹਨਾਂ ਦੇ ਖਿਲਾਫ ਤਾਂ FIR ਰਜਿਸਟਰ ਕਰਤੀ ਜਾਂਦੀ ਹੈ। ਇਹ ਖਬਰ ਵੀ ਵਹੀ ਸਭ ਤੋਂ ਪਹਿਲਾਂ ਦਿੱਤੀ ਸੀ। ਤੇ ਉਹ ਜਿਹੜੀ FIR ਜਦੋਂ ਤੇ ਉਸ FIR ਨੂੰ ਉਹ ਜੋਤੀ ਪੰਡੇਰ ਤੇ ਕਨਵਰਪਾਲ ਗਰੇਵਾਲ ਦੇ ਖਿਲਾਫ ਦਰਜ ਕੀਤੇ ਜਾਣ ਦਾ ਵੱਡਾ ਜਿਹੜਾ ਆਧਾਰ ਸੀ ਉਹ ਸੀ ਸਰਦਾਰ ਬਲਕੌਰ ਸਿੰਘ ਹੋਣਾ ਵੱਲੋਂ ਇਸ ਚੀਜ਼ ਦੀ ਗੱਲ ਕਰਨਾ, ਕਿਉਂਕਿ ਸਰਦਾਰ ਬਲਕੌਰ ਸਿੰਘ ਪ੍ਰੀਵੀ ਸੀ, ਉਹ ਇਸ ਚੀਜ਼ ਦੇ ਜਾਣੂ ਸੀ ਕਿ ਕਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਦੇ ਉੱਤੇ ਕਾਫੀ ਦਬਾਅ ਪਾਇਆ ਜਾ ਰਿਹਾ ਸੀ, ਉਸਨੂੰ ਕੈਨੇਡਾ ਦੇ ਵਿੱਚ ਸ਼ੋਅ ਕਰਨ ਤੋਂ ਰੋਕਿਆ ਜਾ ਰਿਹਾ ਸੀ, ਜਾਂ ਜਿਹੜੀ ਧਮਕੀਆਂ ਦਿੱਤੀਆਂ ਗਈਆਂ ਸਿੱਧੇ ਤਰੀਕੇ ਦੇ ਨਾਲ ਉਸਨੂੰ ਇਹ ਕੋਸ਼ਿਸ਼ ਕੀਤੀ ਗਈ ਕਿ ਸਿੱਧੂ ਮੂਸੇਵਾਲਾ ਦੇ ਕੰਮਕਾਜ ਨੂੰ ਰੋਕਿਆ ਜਾਏ। ਉਸਨੂੰ YouTube ਦੇ ਉੱਤੇ ਹਿੱਟਸ ਦਿੱਤੀਆਂ ਗਈਆਂ, ਕਾਪੀਰਾਈਟ ਸਟ੍ਰਾਈਕਸ ਉਸਦੇ ਕਈ ਗੀਤਾਂ ਦੇ ਉੱਤੇ ਦਿੱਤੀਆਂ ਗਈਆਂ। ਇੱਕ ਬੜੀ ਲੰਬੀ ਚੌੜੀ ਜਦੋਜਹਿਦ ਚੱਲਦੀ ਰਹੀ। ਅੰਦਰ ਖਾਤੇ ਗੱਲਾਂ ਸੀ ਬਾਹਰ ਨਹੀਂ ਆ ਪਾ ਰਹੀਆਂ ਸੀ। ਮਿਊਜ਼ਿਕ ਇੰਡਸਟਰੀ ਦੇ ਜੁੜੇ ਹੋਏ ਬਹੁਤ ਜਿਹੜੇ ਕਲੋਜ਼ਲੀ ਆਬਜ਼ਰਵ ਕਰਦੇ ਨੇ ਉਹਨਾਂ ਨੂੰ ਤਾਂ ਇਹ ਗੱਲਾਂ ਸਮਝ ਆ ਰਹੀਆਂ ਸੀ। ਲੇਕਿਨ ਸਰਦਾਰ ਬਲਕੌਰ ਸਿੰਘ ਨੇ ਜਦੋਂ ਫਿਰ ਇਹ ਗੱਲਾਂ ਕੀਤੀਆਂ ਤਾਂ ਮਾਨਸਾ ਪੁਲਿਸ ਨੇ ਜਿਸ ਦਿਨ ਚਾਰਜਸ਼ੀਟ ਇਸ ਕੇਸ ਦੀ ਦਾਇਰ ਕੀਤੀ ਗਈ ਸੀ, ਉਸੇ ਦਿਨ ਉਸ ਤੋਂ ਇੱਕ ਦਿਨ ਪਹਿਲਾਂ ਨਾਮਜ਼ਦ ਕਰ ਲਿਆ ਗਿਆ ਸੀ ਤੇ ਇਹ ਕਿਹਾ ਗਿਆ ਸੀ ਕਿ ਸਪਲੀਮੈਂਟਰੀ ਚਾਰਜਸ਼ੀਟ ਦੇ ਵਿੱਚ ਜੋਤੀ ਪੰਡੇਰ ਤੇ ਕਨਵਰ ਗਰੇਵਾਲ ਸਮੇਤ ਜਿਹੜੇ 2 ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ। 4 ਲੋਕਾਂ ਦੀ ਜਿਹੜੀ ਭੂਮਿਕਾ ਦੇ ਬਾਰੇ ਜਿਹੜੀ ਹੋਰ ਪੜਤਾਲ ਹੋਏਗੀ ਸਾਹਮਣੇ ਆਏਗੀ। ਹੁਣ ਜੋਤੀ ਪੰਡੇਰ ਤੇ ਕਨਵਰ ਗਰੇਵਾਲ ਤਾਂ ਦੇਸ਼ ਦੇ ਵਿੱਚ ਹੈ ਨਹੀਂ। ਇਸੇ ਦੌਰਾਨ ਬੱਬੂ ਮਾਨ ਦਾ ਜ਼ਿਕਰ ਉੱਠ ਗਿਆ। ਬੱਬੂ ਮਾਨ ਦੀ ਜਿਹੜੀ ਕਹਿ ਸਕਦੇ ਕਿ ਹੁੰਦਾ ਹੀ ਹੈ ਕੰਪੀਟੀਸ਼ਨ, ਮੁਕਾਬਲੇਬਾਜ਼ੀ ਮੀਡੀਆ ਦੇ ਵਿੱਚ ਹੁੰਦੀ ਹੈ, ਸਿੰਗਰਾਂ ਦੇ ਵਿੱਚ ਹੁੰਦੀ ਹੈ, ਫਿਲਮ ਕਲਾਕਾਰਾਂ ਅਦਾਕਾਰਾਂ ਦੇ ਵਿੱਚ ਹਰ ਲੈਵਲ ਤੇ ਹੁੰਦੀ ਹੈ, ਹਰ ਪਾਸੇ ਹੁੰਦੀ ਹੈ। ਸੋ ਉਹ ਉਸ ਮੁਕਾਬਲੇਬਾਜ਼ੀ ਨੂੰ ਜੇ ਸਿਰਫ ਆਧਾਰ ਬਣਾਇਆ ਗਿਆ ਹੈ ਬੱਬੂ ਮਾਨ ਦੇ ਉੱਤੇ ਇਸ ਤਰੀਕੇ ਦੀ ਗੱਲਬਾਤ ਦਾ, ਤਾਂ ਉਹ ਇੱਕ ਵੱਖਰੀ ਗੱਲ ਹੈ। ਇੱਕ ਆਪਾਂ ਕਹਿ ਸਕਦੇ ਹਾਂ ਵੀ ਹੁਣ ਸਿੱਧੂ ਮੂਸੇਵਾਲਾ ਦੇ ਕਤਲ ਦੇ ਪਿੱਛੇ ਮਲਟੀਪਲ ਮੁਫਾਦ ਹੋ ਸਕਦੇ ਨੇ, ਮਲਟੀਪਲ ਰੀਜ਼ਨਸ ਹੋ ਸਕਦੇ ਨੇ ਕਿ ਵੀ ਆਪਾਂ ਸ਼ੱਕ ਕਰੀਏ ਕਿਸੇ ਉੱਤੇ, ਲੇਕਿਨ ਉਸ ਨੂੰ ਮਾਰਨ ਦੇ ਜਿਹੜੇ ਕਾਰਨ ਹੈਗੇ ਨੇ ਕਿਸੇ ਦੇ ਵੀ, ਉਹ ਤਾਂ ਇੱਕ ਹੀ ਕਾਰਨ ਹੈ ਤੇ ਉਹਦੀ ਇੱਕ ਹੀ ਲਾਈਨ ਆਫ ਜਿਹੜੀ ਕਹਿ ਸਕਦੇ ਕਿ ਇੱਕ ਸੋਤਾ ਹੋਏਗੀ ਉਸ ਕੌਜ਼ ਦੇ ਵਿੱਚ, ਜਿਸਨੇ ਵੀ ਉਹ ਮੋਟਿਵ ਪੂਰਾ ਕੀਤਾ। ਸੋ ਬੱਬੂ ਮਾਨ ਨੂੰ ਲੈ ਕੇ ਮੈਂ ਕੁਝ ਜ਼ਿਆਦਾ ਟਿੱਪਣੀ ਕਦੇ ਵੀ ਨਹੀਂ ਕੀਤੀ, ਨਾ ਮੈਂ ਕਰਨਾ ਚਾਹਾਂਗਾ, ਕਿਉਂਕਿ ਅਜੇ ਤੱਕ ਮੈਨੂੰ ਨਹੀਂ ਪਤਾ, ਮੇਰੇ ਕੋਲ ਕੋਈ ਅਜਿਹੇ ਕਾਰਨ। ਹਾਂ, ਮਨਕੀਰਤ ਔਲਖ ਦੀ ਨੇੜਤਾ ਤੁਸੀਂ ਜਿਵੇਂ ਜ਼ਿਕਰ ਕੀਤਾ, ਹਾਲਾਂਕਿ ਜਦੋਂ ਜੇਲ੍ਹ ਦੇ ਵਿੱਚ ਅਖਾੜਾ ਲਾਇਆ ਗਿਆ ਸੀ, ਤੁਸੀਂ ਇਹ ਸਮਝੋ ਰੋਪੜ ਦੀ ਜੇਲ੍ਹ ਦੇ ਵਿੱਚ ਸਾਰੇ ਗੈਂਗਸਟਰ ਬੰਦ ਸੀ, ਉੱਥੇ ਤਾਂ ਜੇਲ੍ਹ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਹੀ, ਦੇਖੋ ਕੈਦੀਆਂ ਤੇ ਜਿਹੜੇ ਕਲਚਰਲ ਇਵੈਂਟਸ ਹੋਣਾ ਕੋਈ ਐਸੀ ਗੱਲ ਨਹੀਂ ਹੈ ਵੀ ਉੱਥੇ ਹਾਏ ਤੌਬਾ ਮਚਾਤੀ ਜਾਏ। ਹਾਂ, ਅੱਜ ਜੇ ਕੈਦੀਆਂ ਦਾ ਵੀ ਉਹਨਾਂ ਨੂੰ ਵੀ ਥੋੜਾ ਬਹੁਤ ਮਨੋਰੰਜਨ ਚਾਹੀਦਾ ਹੀ ਹੈ, ਜੇਲ੍ਹਾਂ ਦੇ ਵਿੱਚ ਬੰਦ ਨੇ ਆਪਣੇ ਘਰਾਂ ਤੋਂ, ਉਹਨਾਂ ਦੇ ਵੀ ਕੁਝ ਹਕੂਕ ਹੋਣਗੇ ਨਾ, ਉਹਨਾਂ ਹਕੂਕਾਂ ਦੇ ਤਹਿਤ ਉੱਥੇ ਹੁੰਦਾ ਰਹਿੰਦਾ। ਜੇਲ੍ਹਾਂ ਦੇ ਵਿੱਚ ਇਸ ਕਿਸਮ ਦੇ ਆਯੋਜਨ ਹੁੰਦੇ ਨੇ, ਥੋੜਾ ਬਹੁਤ ਜੇ ਐਂਟਰਟੇਨਮੈਂਟ ਹੋ ਰਿਹਾ ਸੀ, ਉਹਦੇ ਵਿੱਚ ਰੌਲਾ ਇਹ ਪਿਆ ਕਿ ਇਹ ਜਿਹੜਾ ਇਸਦੀ ਪੇਮੈਂਟ ਮਨਕੀਰਤ ਔਲਖ ਨੇ ਨਹੀਂ ਲਈ, ਕਿਉਂਕਿ ਉਸਦੇ ਕਾਲਜ ਦੇ ਸਮੇਂ ਦੇ ਜਿੰਨੇ ਵੀ ਸਾਥੀ ਸੀ, ਗੋਲਡੀ ਸੀ ਜਾਂ ਜਿਹੜੇ ਉਹ ਲਾਰੈਂਸ ਵਗੈਰਾ ਸੀ, ਜੇਲ੍ਹਾਂ ਦੇ ਵਿੱਚ ਇਹਨਾਂ ਦੇ ਖਾਸ ਬੰਦੇ ਬੰਦ ਸੀ। ਸੋ ਇਸ ਗੱਲ ਨੂੰ ਲੈ ਕੇ ਜਦੋਂ ਹੁਣ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਤਸਵੀਰਾਂ ਉੱਪਰੀਆਂ ਤਾਂ ਫਿਰ ਇੱਕ ਵੱਖਰੀ ਡਾਇਮੈਂਸ਼ਨ ਆ ਜਾਂਦੀ ਹੈ। ਉਸ ਵਕਤ ਇਸਦਾ ਇੱਕ ਵੱਖਰਾ ਮਾਇਨਾ ਸੀ ਤੇ ਹੁਣ ਇਹਦਾ ਇੱਕ ਵੱਖਰਾ ਮਾਇਨਾ ਹੈ। ਲੇਕਿਨ ਮੈਨੂੰ ਨਹੀਂ ਲੱਗਦਾ ਵੀ ਇਹ ਵੀ ਇੱਕ ਸਹੀ ਕੋਰਿਲੇਸ਼ਨ ਹੈ, ਕਿਉਂਕਿ ਜੇ 5 ਸਾਲ ਪਹਿਲਾਂ ਦੀ ਸਥਿਤੀ ਤੇ ਅੱਜ ਦੀ ਸਥਿਤੀ ਨੂੰ ਪੁਰਾਣੀਆਂ ਤਸਵੀਰਾਂ ਜਦੋਂ ਨਿਕਲ ਕੇ ਅੱਜ ਦੇ ਸੰਦਰਭ ਵਿੱਚ ਆ ਜਾਣਗੀਆਂ ਤਾਂ ਉਹਦਾ ਮਤਲਬ ਹੀ ਕੁਝ ਹੋਰ ਹੋਏਗਾ। ਤੁਹਾਡੀ ਤਸਵੀਰ ਕਿਸੇ ਅਜਿਹੇ ਬੰਦੇ ਨਾਲ ਜੋ ਕਿ ਤੁਸੀਂ ਕਿਸੇ ਅਜਿਹੇ ਟਾਈਮ ਖਿਚਵਾਈ ਸੀ ਜਦੋਂ ਹਾਲਾਤ ਉਹੋ ਜਿਹੇ ਨਹੀਂ ਸਨ, ਲੇਕਿਨ ਅੱਜ ਜੇ ਉਸ ਬੰਦੇ ਨੇ ਕੋਈ ਗੁਨਾਹ ਕਰਤਾ, ਕ੍ਰਾਈਮ ਕਰਤਾ, ਤੇ ਤੁਹਾਡੀ ਤਸਵੀਰ ਉਹਦੇ ਨਾਲ ਲਾ ਕੇ ਦੱਸੀ ਜਾਵੇ ਵੀ ਆਹ ਦੇਖੋ ਜੀ ਇਹਦਾ ਸ਼ੁਭਕਰਮਨ ਧਾਲੀਵਾਲ ਜਾਂ ਰਿਤੇਸ਼ ਲੱਖੀ ਦੀਆਂ ਤਸਵੀਰਾਂ ਨੇ ਉਸ ਬੰਦੇ ਨਾਲ, ਤੇ ਹੁਣ ਤੁਸੀਂ ਲਿੰਕ ਜੋੜ ਦਿਓ। ਹਾਲਾਂਕਿ ਆ ਜਿਹੜਾ ਸਿੱਧੂ ਮੂਸੇਵਾਲਾ ਦੇ ਕਤਲ ਦੀ ਪੂਰੀ ਜਿਹੜੀ ਸਾਜ਼ਿਸ਼ ਹੈ, ਇਹ ਮੈਨੂੰ ਲੱਗਦਾ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ 2019 ਤੋਂ ਬਾਅਦ ਐਕਟਿਵਲੀ ਸ਼ੁਰੂ ਹੋਈ ਹੈ, ਜਦੋਂ ਕਿ ਉਹ ਤਸਵੀਰਾਂ ਪੁਰਾਣੀਆਂ ਸੀ। ਸੋ ਇਹ ਚੀਜ਼ਾਂ ਨੂੰ ਦੇਖਣਾ ਪੈਣਾ ਹੈ। ਲੇਕਿਨ ਹਾਂ, ਮਨਕੀਰਤ ਔਲਖ ਦੀ ਜਿਹੜੀ ਨੇੜਤਾ ਸੀ ਜਾਂ ਵਿੱਕੀ ਮਿੱਟੂ ਖੇੜਾ ਦੀ ਜਿਹੜਾ ਕਤਲ ਹੁੰਦਾ ਹੈ, ਉਸ ਤੋਂ ਬਾਅਦ ਮਨਕੀਰਤ ਔਲਖ ਦਾ ਦੇ ਜਿਹੜੇ ਬਿਆਨ ਸੀ, ਉਹ ਸਾਰੀ ਚੀਜ਼ਾਂ ਨੂੰ ਸਟੱਡੀ ਤੇ ਐਗਜ਼ਾਮਿਨ ਕਰਨਾ ਪੈਣਾ, ਇਨਵੈਸਟੀਗੇਸ਼ਨ ਤਾਂ ਕਰਨੀ ਪੈਣੀ ਹੈ। ਮਨਕੀਰਤ ਔਲਖ ਦੀ ਨੇੜਤਾ ਲਾਰੈਂਸ ਗਰੁੱਪ ਦੇ ਨਾਲ, ਤੇ ਮਨਕੀਰਤ ਔਲਖ ਬਹੁਤ ਓਪਨ ਰਹੇ ਨੇ ਮੈਨੂੰ ਲੱਗਦਾ ਇਸ ਗੱਲ ਬਾਤ। ਉਹਨਾਂ ਨੇ ਕਦੀ ਆਪਣੀ ਇਹ ਜਿਹੜੀਆਂ ਨੇੜਤਾਵਾਂ ਨੇ ਉਹਨਾਂ ਨੂੰ ਛੁਪਾਇਆ ਨਹੀਂ ਹੈ। ਉਹਨਾਂ ਨੇ ਕਦੀ ਇਹ ਗੱਲਾਂ ਨਹੀਂ ਕੀਤੀਆਂ ਵੀ ਮੈਂ ਤਾਂ ਇਹਨਾਂ ਨੂੰ ਜਾਣਦਾ ਹੀ ਨਹੀਂ ਜਾਂ ਮੇਰੇ ਨਾਲ ਤੁਹਾਨੂੰ ਸੰਬੰਧ ਨਹੀਂ। ਉਹ ਕਹਿੰਦੇ ਨੇ ਵੀ ਸਾਡੇ ਯਾਰੀ ਦੋਸਤੀ ਰਹੀ ਹੈ। ਸੋ ਉਹ ਸਾਰੀਆਂ ਗੱਲਾਂ ਬਾਤਾਂ। ਸੋ ਮਨਕੀਰਤ ਔਲਖ ਦੀ ਜਿਹੜੀ ਇਨਵੋਲਵਮੈਂਟ ਕਹਿ ਲਈਏ ਜਾਂ ਕਹਿ ਲਈਏ ਵੀ ਇਸ ਸਾਡੇ ਜਾਂ ਕਿਸੇ ਵੀ ਇਨਵੈਸਟੀਗੇਸ਼ਨ ਏਜੰਸੀ ਦੀ ਉਹਨਾਂ ਉੱਤੇ ਸ਼ੱਕ ਕਰਨ ਦੀ ਜਿਹੜੀ ਵਜ੍ਹਾ ਹੈ, ਉਹ ਬੱਬੂ ਮਾਨ ਤੋਂ ਕਿਤੇ ਉੱਤੇ ਹੈ। ਬੱਬੂ ਮਾਨ ਇੱਕ ਵੱਖਰੇ ਲੈਵਲ ਦੇ ਮੁਕਾਬਲੇਬਾਜ਼ੀ ਦਾ ਕੇਸ ਹੈ। ਮੇਰੇ ਕੋਲ ਕੋਈ ਅਜਿਹੀ ਗੱਲਬਾਤ ਨਹੀਂ। ਲੋਕ ਹੁਣ ਜਿਹੜੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਕਈ ਟਿੱਪਣੀਕਾਰਾਂ ਦੇ ਜ਼ਰੀਏ ਸਾਨੂੰ ਪਤਾ ਲੱਗਦੀਆਂ ਗੱਲਾਂ ਬਾਤਾਂ, ਉਸ ਵਿੱਚ ਤਾਂ ਬਥੇਰੇ ਨਾਂ ਉੱਪਰ ਦਿੰਦੇ ਨੇ ਜੀ, ਫਲਾਂ ਬੰਦਾ ਉਹਨਾਂ ਦਾ ਬੱਬੂ ਮਾਨ ਦਾ ਉੱਥੇ ਬੈਠਾ ਹੈ, ਉਹਦੀ ਭੂਮਿਕਾ ਚੈੱਕ ਕੀਤੀ ਜਾਏ।
ਲੇਕਿਨ ਇਹ ਸਾਰੀ ਚੀਜ਼ਾਂ ਹੁਣ ਪੁਲਿਸ ਤਫਤੀਸ਼ ਤੇ ਕੱਢ ਰਹੀਆਂ ਨੇ। ਲੇਕਿਨ ਇਹ ਡਿਵੈਲਪਮੈਂਟ ਮੇਜਰ ਹੈ ਕਿਉਂਕਿ ਉਹਨਾਂ ਸਿੰਗਰਾਂ ਨੂੰ ਸੱਦਿਆ ਜਾ ਰਿਹਾ ਜਿਨ੍ਹਾਂ ਦੇ ਨਾਂ ਸ਼ੁਰੂ ਤੋਂ ਆਉਂਦੇ ਰਹੇ ਨੇ ਤੇ ਇਹਨੇ 6-7-8 ਮਹੀਨਿਆਂ ਦੇ ਵਿੱਚ ਇਹਨਾਂ ਤੋਂ ਉਸ ਤਰੀਕੇ ਦੀ ਪੁੱਛਗਿੱਛ ਨਹੀਂ ਹੋਈ। ਮਨਕੀਰਤ ਤੋਂ ਵੀ ਹੁਣ ਜਦੋਂ NIA ਨੇ ਕੁਝ ਦਿਨ ਪਹਿਲਾਂ ਵੀ ਉਸਨੂੰ ਸ਼ਾਇਦ ਸੱਦਿਆ ਸੀ ਤੇ ਉਸ ਤੋਂ ਕੁਝ ਕੁਐਰੀਜ਼ ਕੀਤੀਆਂ ਗਈਆਂ ਹੈਗੀਆਂ ਨੇ। ਸੋ ਉਹ ਸਾਰੀਆਂ ਗੱਲਾਂ ਬਾਤਾਂ ਰਹੀਆਂ ਨੇ। ਲੇਕਿਨ ਲੈਟ ਅਸ ਸੀ ਕਿ ਹੁਣੇ ਕੀ ਇਨਵੈਸਟੀਗੇਸ਼ਨ ਚ ਗੱਲਬਾਤ ਆਉਂਦੀ ਹੈ। ਆਈ ਹੋਪ, ਮੈਂ ਸਿਰਫ ਆਸ ਇਹੀ ਕਰਦਾ ਕਿ ਕੋਈ ਖਾਨਾ ਪੂਰਤੀ ਨਾ ਹੋਵੇ ਇੱਕ ਸਿਚੁਏਸ਼ਨ ਚੋਂ ਨਿਕਲਣ ਲਈ, ਜਾਂ ਜਿਹੜੀ ਇਸ ਵਕਤ ਕੁੜਿੱਕੀ ਦੇ ਵਿੱਚ ਸਰਕਾਰ ਫਸ ਜਾਂਦੀ ਹੈ ਇਹ ਬਿਆਨ ਦੇ ਕੇ ਕਿ ਗੋਲਡੀ FBI ਦੀ ਵਾਚ ਦੇ ਉੱਤੇ ਹੈ, ਤੇ ਜੇ FBI ਦੀ ਵਾਚ ਦੇ ਉੱਤੇ ਹੈ ਤਾਂ ਫਿਰ ਉਹ ਕਿੰਨੀ ਦੇਰ ਤੱਕ ਲਿਆ ਪਾਣਗੇ ਤੇ ਕੀ ਉਹ FBI ਦੀ ਵਾਚ ਦੇ ਉੱਤੇ ਹੈ ਵੀ ਜਾਂ ਨਹੀਂ। ਅੱਜ ਮੈਂ ਇਨਫੈਕਟ ਇੱਕ ਰਸਾਲਾ ਪੜ੍ਹ ਰਿਹਾ ਸੀ, ਕੁਇੰਟ ਨੇ ਇੱਕ ਬਹੁਤ ਡਿਟੇਲਡ ਰਿਪੋਰਟ ਕੀਤੀ ਹੈ। ਉਹਨਾਂ ਨੇ ਮਲਟੀਪਲ ਬਹੁਤ ਚੰਗੀ ਇਨਵੈਸਟੀਗੇਸ਼ਨ ਹੈ। ਆਈ ਥਿੰਕ ਆਦਿਤਿਆ ਮੈਨਨ ਉਹਨਾਂ ਦੇ ਜਰਨਲਿਸਟ ਨੇ ਤੇ ਇੱਕ ਹੋਰ ਆਈ ਥਿੰਕ ਕੈਲੀਫੋਰਨੀਆ ਬੇਸਡ ਜਰਨਲਿਸਟ ਨੇ। ਉਹਨਾਂ ਨੇ ਬਹੁਤ ਲੋਕਾਂ ਨਾਲ ਉੱਥੇ ਗੱਲ ਕੀਤੀ, ਫ੍ਰੈਜ਼ਨੋ 'ਚ ਗੱਲ ਕੀਤੀ, FBI ਦੇ ਲੈਵਲ ਤੇ ਗੱਲ, ਛੋਟੇ ਤੋਂ ਛੋਟਾ ਪੁਲਿਸ ਸਟੇਸ਼ਨ, ਵੱਡੇ ਤੋਂ ਵੱਡੀ ਏਜੰਸੀ ਤੱਕ ਉਹਨਾਂ ਨੇ ਪਹੁੰਚ ਕੀਤੀ ਹੈ, ਜਵਾਬ ਮੰਗਿਆ ਹੈ। ਤਕਰੀਬਨ 8 ਤੋਂ 10 ਥਾਵਾਂ ਤੇ ਉਹਨਾਂ ਨੇ ਪੁੱਛਿਆ, NIA ਤੋਂ ਲੈ ਕੇ FBI ਤੋਂ ਲੈ ਕੇ ਜਿੱਥੇ ਵੀ ਹੋ ਸਕਦਾ ਸੀ, ਉਹਨਾਂ ਨੂੰ ਕੋਈ ਚੀਜ਼ ਨਹੀਂ ਮਿਲੀ। ਲੇਕਿਨ ਉਹਨਾਂ ਨੇ ਫਿਰ ਅਖੀਰ ਦੇ ਵਿੱਚ ਇੱਕ ਡਿਸਕਲੇਮਰ ਦਿੱਤਾ ਤੇ ਆਪਣੀ ਰੈਡ FM ਦੀ ਰਿਪੋਰਟ ਨੂੰ ਵੀ, ਗੋਲਡੀ ਬਰਾੜ ਦੇ ਇੰਟਰਵਿਊ ਨੂੰ ਉਸਨੇ ਸਾਰੀ ਵਰਬਟਿਨ ਕੋਟ ਕੀਤਾ ਹੈ ਕੁਇੰਟ ਨੇ। ਤੇ ਉੱਥੇ ਇਹ ਗੱਲ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਡਿਸਕਲੇਮਰ ਜ਼ਰੂਰ ਦਿੱਤਾ ਕਿ ਇਹ ਜਿਹੜੀ ਲਿਸਟ ਹੈ ਜਿੰਨੇ ਸੂਤਰ ਅਸੀਂ ਪਤਾ ਕੀਤੇ ਨੇ ਤਕਰੀਬਨ 8-9, ਤੇ ਆਮ ਰੀਲੀ ਹੈਪੀ ਕਿ ਇਹ ਰਸਾਲਾ, ਕੁਇੰਟ ਤੇ ਇਹਦੇ ਪੱਤਰਕਾਰਾਂ ਨੇ ਐਡੀ ਗਹਿਰਾਈ ਵਿੱਚ ਜਾ ਕੇ ਆਪਣੇ ਰਿਸੋਰਸਿਸ ਲਗਾ ਕੇ ਇੰਨੀ ਦੂਰ ਤੱਕ ਚੀਜ਼ਾਂ ਨੂੰ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਐਂਡ ਫॉर ਆਲ ਆਫ ਅਸ ਇਟ ਇਜ਼ ਅ ਲੈਸਨ। ਤੇ ਲੇਕਿਨ ਇਹਨਾਂ ਨੇ ਵੀ ਕਿਹਾ ਕਿ ਐਗਜ਼ੌਸਟਿਵ ਲਿਸਟ ਨਹੀਂ ਹੈ। ਇਹ ਪੋਸੀਬਲ ਹੈ ਕਿ ਕੁਝ ਅਜਿਹੇ ਅਦਾਰੇ ਹੋਣ, FBI ਹੋਵੇ, ਉਸਦੇ ਕੁਝ ਅਜਿਹੇ ਵਿੰਗ ਹੋਣ ਜਿਨ੍ਹਾਂ ਦੇ ਨਾਲ ਸਾਡਾ ਤਾਲੁਕ ਨਹੀਂ ਹੋ ਪਾਇਆ ਜਾਂ ਜਿਨ੍ਹਾਂ ਵੱਲੋਂ ਸਾਨੂੰ ਕੋਈ ਜਵਾਬ ਨਹੀਂ ਆ ਪਾਇਆ। ਸੋ ਉਹ ਚੀਜ਼ਾਂ ਜੇ ਐਕਸਕਲੂਡ ਹੋ ਗਈਆਂ ਤਾਂ ਇਸਦਾ ਮਤਲਬ ਇਹ ਨਾ ਲਗਾਇਆ ਜਾਏ ਕਿ ਜੋ ਦਾਅਵੇ ਹੁਣ ਪੰਜਾਬ ਸਰਕਾਰ ਦੇ ਸੂਤਰਾਂ ਤੋਂ ਜਾਂ ਪੰਜਾਬ ਸਰਕਾਰ ਦੇ ਅੰਦਰੋਂ ਜਾਂ ਈਵਨ ਭਗਵੰਤ ਮਾਨ ਦੀ ਜੇ ਸਪਿਰਿਟ ਨੂੰ ਦੇਖੀਏ ਆ ਰਹੇ ਸੀ ਕਿ ਗੋਲਡੀ ਬਰਾੜ FBI ਦੀ ਵਾਚ ਲਿਸਟ ਹੈ, ਤਾਂ ਉਹ ਇੰਟਾਇਰਲੀ ਗਲਤ ਵੀ ਹੋ ਸਕਦੇ ਨੇ, ਉਹ ਸਹੀ ਵੀ ਹੋ ਸਕਦੇ ਨੇ। ਲੇਕਿਨ ਅਜੇ ਤੱਕ ਉਹਨਾਂ ਦੀ ਕੋਸ਼ਿਸ਼ਾਂ ਵੀ ਬੇਮਾਨਾ ਰਹੀਆਂ, ਜਾਂ ਕਹਿ ਲਈ ਕਿ ਉਹਨਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ। ਉਹਨਾਂ ਨੂੰ ਕੋਈ ਕਨਫਰਮੇਸ਼ਨ ਅਮਰੀਕਾ ਚੋਂ ਕਿਤੋਂ ਨਹੀਂ ਮਿਲ ਪਾਈ। ਦੇਸ਼ ਦੀ ਕੋਈ ਪ੍ਰੀਮੀਅਰ ਜਿਹੜੀ ਏਜੰਸੀ ਹੈ, NIA ਤੋਂ ਲੈ ਕੇ CBI ਤੋਂ ਲੈ ਕੇ ਇੰਟਰਪੋਲ ਲੈਵਲ ਦੇ ਉੱਤੇ, ਸ਼ਾਇਦ ਉਹ ਵੀ ਚੁੱਪ ਨੇ, ਉਹਨਾਂ ਕੋਲ ਵੀ ਇਸ ਬਾਰੇ ਕੋਈ ਕਲੂ ਅਜੇ ਤੱਕ ਨਹੀਂ ਹੈ। ਦੇਸ਼ ਜੀ, ਜਿਹੜਾ ਸਿੰਗਰ ਹੋਰ ਦਾ ਨਾਮ ਆ ਰਿਹਾ ਦਿਲਪ੍ਰੀਤ ਢਿੱਲੋਂ, ਕਿਉਂਕਿ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਿੱਧੂ ਮੂਸੇਵਾਲੇ ਦੇ ਕੇਸ ਟੱਚ ਕਵਰ ਕਰ ਰਹੇ ਹੋ, ਬੜੀ ਗਹਿਰਾਈ ਡੂੰਘਾਈ ਤੱਕ ਤੁਸੀਂ ਇਨਵੈਸਟੀਗੇਸ਼ਨ ਆਪਣੇ ਲੈਵਲ ਤੇ ਵੀ ਕਰ ਰਹੇ ਹੋ, ਗੱਲਾਂ ਬਾਤਾਂ ਕਰ ਰਹੇ ਹੋ, ਤੇ ਦਿਲਪ੍ਰੀਤ ਢਿੱਲੋਂ ਦਾ ਨਾਮ ਕਿਵੇਂ ਆਉਂਦਾ ਹੈਗਾ? ਇਹਦੇ ਪਿੱਛੇ ਤੁਹਾਨੂੰ ਕੋਈ ਬੈਕਗਰਾਉਂਡ ਲੱਗਦੀ ਹੈ? ਪਹਿਲਾਂ ਵੀ ਕਦੇ ਇਹਦਾ ਨਾਮ ਉੱਠਿਆ ਹੈਗਾ? ਜਿਹੜਾ ਹੁਣ ਪੁਲਿਸ ਨੇ ਉਸਨੂੰ ਸਮਨਿੰਗ ਕੀਤੀ ਹੈ ਤੇ ਇੱਕ ਹੋਰ ਪ੍ਰੋਡਿਊਸਰ ਆ ਰਿਹਾ ਪੰਜਾਬੀ ਇੰਡਸਟਰੀ ਦਾ, ਉਹਨੂੰ ਵੀ ਸਮਨਿੰਗ ਕੀਤੀ, ਜਿਹੜੇ ਕਿਹਾ ਜਾ ਰਿਹਾ ਵੀ ਦੁਬਈ ਚ ਸ਼ੋਅ ਚ ਨਾਲ ਸੀਗਾ ਸਿੱਧੂ ਮੂਸੇਵਾਲੇ ਦੇ। ਮੈਨੂੰ ਸ਼ੁਕਰਮਨ, ਦਿਲਪ੍ਰੀਤ ਜਿਹੜੇ ਹੈਗੇ ਨੇ ਢਿੱਲੋਂ, ਇਹਨਾਂ ਦੇ ਬਾਰੇ, ਇਹਨਾਂ ਦੇ ਸਮਨ ਦੇ ਬਾਰੇ ਮੈਂ ਨਹੀਂ ਪੜ੍ਹ ਪਾਇਆ। ਤੁਸੀਂ ਮੈਨੂੰ ਸ਼ਾਇਦ ਜ਼ਿਆਦਾ ਕਰੈਕਟ ਕਰੋਗੇ ਜਾਂ ਤੁਸੀਂ ਵਾਅਦਾ ਕਰੋਗੇ ਕਿ ਇਹਨਾਂ ਨੂੰ ਵੀ ਸਮਨ ਜਾਰੀ ਹੋਏ ਨੇ? ਇਹਨਾਂ ਨੂੰ, ਦਿਲਪ੍ਰੀਤ ਢਿੱਲੋਂ ਨੂੰ, ਮਨਕੀਰਤ ਔਲਖ ਤੇ ਬੱਬੂ ਮਾਨ ਨੂੰ ਸਮਨ ਜਾਰੀ ਹੋਇਆ। ਅਜੇਪਾਲ ਮਿੱਡੂ ਖੇੜਾ ਨੂੰ ਕਿਹਾ ਜਾ ਰਿਹਾ ਵੀ ਕੁਐਸਚਨਿੰਗ ਵਾਸਤੇ ਆਲਰੇਡੀ ਬੁਲਾਇਆ ਗਿਆ ਤੇ ਹੋਰ ਫਰਦਰ ਕੁਐਸਚਨਿੰਗ ਵਾਸਤੇ ਬੁਲਾਇਆ ਜਾ ਸਕਦਾ। ਠੀਕ ਹੈ। ਸੋ ਦੇਖੋ, ਦਿਲਪ੍ਰੀਤ ਢਿੱਲੋਂ ਦੀ ਵੀ ਜਿਹੜੀਆਂ ਨੇੜਤਾਵਾਂ ਜਾਂ ਉਹਨਾਂ ਦੀ ਵੀ ਜਿਹੜੀਆਂ ਪੁਰਾਣੀਆਂ ਕੁਝ ਐਸੋਸੀਏਸ਼ਨਸ ਰਹੀਆਂ, ਉਹਨਾਂ ਦੇ ਬੇਸ ਉੱਤੇ ਹੀ ਇੱਕ ਰੀਜ਼ਨ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸੱਦਿਆ ਗਿਆ। ਤੇ ਇੱਥੇ ਦਿਲਪ੍ਰੀਤ ਢਿੱਲੋਂ ਦੇ ਨਾਲ ਜੁੜੀ ਹੋਈ ਕੁਝ ਹੋਰ ਗੱਲਾਂ ਬਾਤਾਂ ਨੇ ਜੋ ਕਿ ਮੈਂ ਥੋੜਾ ਹੋਰ ਕੋਰੋਬਰੇਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਦਿਲਪ੍ਰੀਤ ਢਿੱਲੋਂ ਵੀ ਅੰਡਰ ਥ੍ਰੈਟ ਪਰਸੈਪਸ਼ਨ ਰਹੇ ਨੇ, ਉਹਨਾਂ ਨੂੰ ਵੀ ਖਤਰਾ ਹੈ ਤੇ ਉਹਨਾਂ ਦੀ ਵੀ ਜਿਹੜੀ ਆਇਡੈਂਟੀਫਿਕੇਸ਼ਨ ਹੈ ਕਿਤੇ ਨਾ ਕਿਤੇ ਦੇਖੀ ਜਾਂਦੀ ਹੈ ਵੀ ਕਿਸੇ ਨਾ ਕਿਸੇ ਧਿਰ ਦੇ ਗਾਇਕ ਦੇ ਰੂਪ ਵਿੱਚ। ਸ਼ੁਕਰਮਨ ਜਿਹੜਾ ਗਾਣਾ ਗਾਇਆ ਗਿਆ ਸੀ ਉਹ ਸੀ ਜਦੋਂ ਪੈਂਦੀ ਹੈ ਜੋਧਪੁਰ ਪੇਸ਼ੀ, ਚਰਚਾ ਪੰਜਾਬ ਛਿੜਦੀ ਜਦੋਂ ਪੈਂਦੀ ਹੈ ਜੋਧਪੁਰ ਪੇਸ਼ੀ। ਹੁਣ ਇਹ ਜਿਹੜਾ ਗਾਣਾ ਗਾਇਆ ਜਾਂਦਾ ਹੈ, ਇਹ ਗਾਣਾ ਇੱਕ ਲੇਬਲ ਨੇ ਰਿਲੀਜ਼ ਕੀਤਾ ਤੇ ਇਸ ਗਾਣੇ ਦੇ ਵਿੱਚ ਤੁਸੀਂ ਜੇ ਲੋਕ YouTube ਤੇ ਜਾ ਕੇ ਇਸ ਨੂੰ ਸਰਚ ਕਰਨਗੇ ਤਾਂ ਉੱਥੋਂ ਤੁਹਾਨੂੰ ਸਮਝ ਵਿੱਚ ਆਏਗਾ ਕਿ ਉਹ ਜੋਧਪੁਰ ਦੇ ਵਿੱਚ ਕਿਹੜਾ ਗੈਂਗਸਟਰ ਜ਼ਿਆਦਾ ਸਮਾਂ ਬੰਦ ਰਿਹਾ, ਤੇ ਉਹ ਗਾਣਾ ਗੈਂਗਸਟਰ ਸੀ ਲਾਰੈਂਸ ਬਿਸ਼ਨੋਈ। ਸੋ ਜਿੱਥੇ ਬੰਬੀਹਾ ਬੋਲੇ ਗਾਣਾ ਅੰਮ੍ਰਿਤ ਮਾਨ ਦਾ ਲਿਖਿਆ ਗਾਇਆ ਤੇ ਸਿੱਧੂ ਮੂਸੇਵਾਲਾ ਦਾ ਫੀਚਰ ਕੀਤਾ ਹੋਇਆ ਰਿਲੀਜ਼ ਹੋਇਆ, ਉਸ ਤੋਂ ਸ਼ਾਇਦ 1 ਮਹੀਨੇ ਬਾਅਦ ਪੈਂਦੀ ਹੈ ਜੋਧਪੁਰ ਪੇਸ਼ੀ, ਚਰਚਾ ਪੰਜਾਬ ਛਿੜਦੀ। ਹੁਣ ਇਹ ਗਾਣੇ ਦਾ ਕੋਰਿਲੇਸ਼ਨ ਸੀ ਤੇ ਉਸੇ ਸੀਰੀਜ਼ ਦੇ ਤਹਿਤ ਕੁਝ ਹੋਰ ਵੀ ਘਟਨਾਵਾਂ ਨੇ ਜੋ ਕਿ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗਾ, ਲੇਕਿਨ ਮੈਂ ਉਹਨਾਂ ਨੂੰ ਥੋੜਾ ਕੋਰੋਬਰੇਟ ਕਰਕੇ ਦੱਸਾਂਗਾ। ਸੋ ਇਹ ਇੱਕ ਸੰਦਰਭ ਹੋ ਸਕਦਾ ਹੈ ਕਿ ਦਿਲਪ੍ਰੀਤ ਹੋਰਾਂ ਨੂੰ ਜਿਹੜਾ ਹੈ ਉੱਥੇ ਸੱਦਿਆ ਗਿਆ ਹੋਵੇ ਤੇ ਦਿਲਪ੍ਰੀਤ ਢਿੱਲੋਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਪੰਜਾਬ ਪੁਲਿਸ, ਮਾਨਸਾ ਪੁਲਿਸ। ਐਂਡ ਇਟ ਇਜ਼ ਲੌਜੀਕਲ ਆਲਸੋ ਬਿਕੋਜ਼ ਸਿੱਧੂ ਮੂਸੇਵਾਲਾ ਦੇ ਜਿਹੜੇ ਪਿਤਾ ਹੈਗੇ ਨੇ ਬਲਕੌਰ ਸਿੰਘ, ਉਹਨਾਂ ਨੇ ਪੁਲਿਸ ਨੂੰ ਬਾਕਾਇਦਾ ਸਮੇਂ ਦੇ ਉੱਤੇ, ਤੇ ਇਹ ਮੈਂ ਤੁਹਾਨੂੰ ਦੱਸਦਾ ਕਿ ਜੇ ਇਹ ਗੋਲਡੀ ਬਰਾੜ ਵਾਲਾ
ਐਪੀਸੋਡ ਨਾ ਹੁੰਦਾ ਤਾਂ ਸ਼ਾਇਦ ਸਿੱਧੂ ਮੂਸੇਵਾਲਾ ਦੇ ਪਿਤਾ ਇਸ ਮੁੱਦੇ ਨੂੰ ਲੈ ਕੇ ਇੱਕ ਬਹੁਤ ਹੀ ਸਖਤ ਸਟੈਂਡ ਲੈਣਾ ਚਾਹ ਰਹੇ ਸੀ, ਲੈ ਸਕਦੇ ਸੀ, ਈਵਨ ਇਹ 'ਚ ਗੱਲਬਾਤ ਨਾ ਹੋਈ ਹੁੰਦੀ। ਲੇਕਿਨ ਹੁਣ ਉਹਨਾਂ ਨੂੰ ਸਟੈਂਡ ਲੈਣ ਦੀ ਸ਼ਾਇਦ ਲੋੜ ਨਹੀਂ ਪਈ। ਉਹਨਾਂ ਦੀ ਜਿਹੜੀ ਮੰਗ ਸੀ ਉਸ ਨੂੰ ਮੰਨਦਿਆਂ ਹੋਇਆਂ ਮਾਨਸਾ ਪੁਲਿਸ ਨੇ ਇਹ ਜਿਹੜੇ ਸਿੰਗਰਸ ਨੂੰ ਬੁਲਾਇਆ ਗਿਆ ਹੈ। ਸੋ ਇਹ ਦਿਲਪ੍ਰੀਤ ਢਿੱਲੋਂ ਵਾਲਾ ਕੰਟੈਕਸਟ ਹੈ, ਜਿਸ ਵਿੱਚ ਕਿ ਜੋਧਪੁਰ ਪੇਸ਼ੀ ਵਾਲਾ ਗਾਣਾ ਜਿਹੜਾ ਸੀ ਉਸ ਨੂੰ ਮੰਨਿਆ ਜਾ ਰਿਹਾ ਵੀ ਕਿਸੇ ਨਾ ਕਿਸੇ ਗੈਂਗਸਟਰ ਦੇ ਕਹੇ ਤੇ ਜਾਂ ਉਸ ਦੇ ਗੱਲਬਾਤ ਤੋਂ ਬਾਅਦ, ਉਸ ਦੇ ਪ੍ਰੇਰਿਤ ਕਰਨ ਤੋਂ ਬਾਅਦ ਇਹ ਗਾਣਾ ਲਿਖਿਆ, ਬਣਾਇਆ, ਤਿਆਰ ਕੀਤਾ ਗਿਆ ਤੇ ਇਸ ਨੂੰ ਮਾਰਕੀਟ ਵਿੱਚ ਉਤਾਰਿਆ ਗਿਆ ਬੰਬੀਹਾ ਬੋਲੇ ਦੇ ਅਗੇਂਸਟ। ਤੇ ਜਿਸ ਹਿਸਾਬ ਨਾਲ ਗੱਲਾਂ ਬਾਤਾਂ ਨਿਕਲ ਕੇ ਆ ਰਹੀਆਂ ਜਾਂ ਜਿਵੇਂ ਤੁਸੀਂ ਵੀ ਇਨਸਾਈਟਸ ਦੇ ਰਹੇ ਹੋ, ਕੀ ਇਹ ਗੱਲ ਠੀਕ ਹੋਊਗੀ ਕਹਿਣੀ ਕਿ ਇਹ ਗੱਲ ਹੈਗੀ ਹੈ? ਤੁਹਾਡੇ ਤੋਂ ਪੁੱਛਣਾ ਮੈਂ ਚਾਹੂੰਗਾ ਵੀ ਇੰਡਸਟਰੀ ਦੇ ਅੰਦਰ ਹੁਣ ਗੈਂਗਸਟਰਸ ਦੇ ਧੜੇ ਬਣ ਚੁੱਕੇ ਨੇ, ਵੀ ਹਰ ਗੈਂਗਸਟਰ ਦਾ ਜਿਹੜਾ ਗਰੁੱਪ ਹੈਗਾ, ਚਾਹੇ ਲਾਰੈਂਸ ਬਿਸ਼ਨੋਈ ਗਰੁੱਪ ਹੋਵੇ ਜਾਂ ਬੰਬੀਹਾ ਬੋਲੇ ਗਰੁੱਪ, ਉਹਦੇ ਕੋਲੇ ਪੂਲ ਬਣਿਆ ਹੋਇਆ ਵੀ ਇਹ ਸਿੰਗਰ ਸਾਡੇ ਨੇ, ਇਹ ਸਿੰਗਰ ਸਾਡੇ ਨੇ। ਕੀ ਇਸ ਤਰ੍ਹਾਂ ਦਾ ਇੰਡਸਟਰੀ 'ਚ ਡਿਵਾਈਡ ਆ ਗਿਆ? ਨਹੀਂ, ਡਿਵਾਈਡ ਤਾਂ ਨਹੀਂ, ਇੰਡਸਟਰੀ 'ਚ ਨਹੀਂ ਮੈਂ ਕਹਾਂਗਾ ਡਿਵਾਈਡ, ਲੇਕਿਨ ਗੈਂਗਸਟਰ ਜ਼ਰੂਰ ਮੰਨਦੇ ਨੇ ਵੀ ਐਂਡ ਇਹ ਚੀਜ਼ ਟਿਪੀਕਲ ਰਹੀ ਹੈ, ਕਿਉਂਕਿ ਇਹ ਸਾਰਾ ਦਾ ਸਾਰਾ ਸਿਸਟਮ ਜਿਹੜਾ ਵਿਗੜਨਾ ਸ਼ੁਰੂ ਹੋਇਆ ਸੀ ਉਹ ਠੱਗ ਲਾਈਫ ਤੋਂ ਐਪੀਸੋਡ ਤੋਂ ਹੋਇਆ ਸੀ। ਜਦੋਂ ਇਹ ਠੱਗ ਲਾਈਫ ਕੰਪਨੀ ਬੇਸਿਕਲੀ ਲੱਕੀ ਪਟਿਆਲ ਮੈਨੇਜ ਕਰਦਾ ਸੀ ਤੇ ਠੱਗ ਲਾਈਫ ਉਹ ਬਲੈਂਡ ਸੀ ਜਿਸ ਨੂੰ ਕਿ ਬਾਅਦ ਦੇ ਵਿੱਚ YouTube ਤੋਂ ਉਤਾਰਤਾ ਗਿਆ, ਟੇਕ ਡਾਊਨ ਕਰਵਾਇਆ ਗਿਆ, ਕਿਉਂਕਿ ਅਥਾਰਟੀਜ਼ ਨੇ ਕਿਹਾ ਕਿ ਇਹ ਇੱਕ ਅਜਿਹੀ ਕੰਪਨੀ ਚੱਲ ਰਹੀ ਸੀ, ਅਜਿਹਾ YouTube ਦਾ ਲੇਬਲ ਸੀ ਜਿਸ ਦੇ ਪਿੱਛੇ ਗੈਂਗਸਟਰ ਹੈਗੇ ਨੇ। ਸੋ ਠੱਗ ਲਾਈਫ ਜਿਹੜੀ ਸੀ ਉਹ ਵਾਸ ਬੀਇੰਗ ਬੈਕਡ ਬਾय, ਤੇ ਠੱਗ ਲਾਈਫ ਨੇ ਕੀ ਕੀਤਾ, ਪਹਿਲਾ ਜਿਹੜਾ ਗਾਣਾ ਸੀ, ਗੀਤ ਸੀ, ਉਹ ਸਿੱਧੂ ਮੂਸੇਵਾਲਾ ਹੋਣਾ ਤੋਂ ਲੈ ਲਿਆ। ਜਾਂ ਹੁਣ ਕਿਵੇਂ ਕਿਹੜੇ ਹਾਲਾਤਾਂ ਦੇ ਵਿੱਚੋਂ ਗਾਣਾ ਸਿੱਧੂ ਮੂਸੇਵਾਲਾ ਹੋਣਾ ਵੱਲੋਂ ਦਿੱਤਾ ਗਿਆ ਉਹ ਇੱਕ ਸੈਪਰੇਟ ਕੁਐਸਚਨ ਹੈ, ਬਟ ਉਹ ਇੱਕ ਕਾਰਨ ਵੀ ਬਣਿਆ ਜਿਸ ਦੇ ਕਾਰਨ ਕਿ ਇਹ ਆਇਡੈਂਟੀਫਿਕੇਸ਼ਨ ਹੋਣੀ ਸ਼ੁਰੂ ਹੋ ਗਈ ਕਿ ਸ਼ਾਇਦ ਸਿੱਧੂ ਮੂਸੇਵਾਲਾ ਹਿਮਾਇਤ ਦੇ ਵਿੱਚ ਨੇ ਉਹਨਾਂ ਲੋਕਾਂ ਦੇ, ਆ ਉਹ ਜਿਹੜੇ ਉਸ ਕੰਪਨੀ ਦੇ ਨਾਲ ਜੁੜੇ ਹੋਏ ਗੈਂਗਸਟਰ ਸੀ। ਤੇ ਆਪਾਂ ਹੁਣੀ ਰੀਸੈਂਟਲੀ ਆਪਣੀ ਜਿਹੜੀ ਗੋਲਡੀ ਬਰਾੜ ਦੇ ਨਾਲ ਮੇਰੀ ਗੱਲਬਾਤ ਰਹੀ, ਉਸ ਦੇ ਵਿੱਚ ਉਸਨੇ ਮਨਦੀਪ ਧਾਲੀਵਾਲ ਦਾ ਜ਼ਿਕਰ ਕੀਤਾ ਸੀ। ਮੈਂ ਕਿਹਾ ਕਿ ਮਨਦੀਪ ਧਾਲੀਵਾਲ ਕਰਕੇ ਅਸੀਂ ਸਿੱਧੂ ਮਾਰਿਆ। ਹੁਣ ਤੁਸੀਂ ਮਨਦੀਪ ਧਾਲੀਵਾਲ ਸਮਝੋ, ਮਨਦੀਪ ਧਾਲੀਵਾਲ ਵਾਸ ਆਲਸੋ ਵਨ ਆਫ ਦਾ ਪਰਸਨਸ ਜੋ ਕਿ ਇਸ ਕੇਸ ਦੇ ਵਿੱਚ ਉਸਦੀ ਖਰੜ ਦੇ ਵਿੱਚ CIA ਖਰੜ ਨੇ ਇਨਵੈਸਟੀਗੇਸ਼ਨ ਕੀਤੀ। ਜੀ ਹਾਂ, ਠੱਗ ਲਾਈਫ ਦੇ ਕੇਸ ਦੇ ਵਿੱਚ ਜਦੋਂ ਠੱਗ ਲਾਈਫ ਤਾਂ ਆਇਆ, ਹੋਰ ਵੀ ਦੋ ਜਿਹੜੇ ਹੋਰ YouTube ਦੇ ਕੰਪਨੀਆਂ ਚਲਾਉਣ ਵਾਲੇ ਲੋਕ ਸਨ, ਉਹਨਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ। ਇਹ ਲੋਕ, ਇਹਨਾਂ ਤੋਂ ਪੁੱਛਗਿੱਛ ਕੀਤੀ ਗਈ, ਹਾਲਾਂਕਿ ਇਹਨਾਂ ਦੇ ਸੰਦਰਭ ਵਿੱਚ ਕੋਈ ਐਸੀਆਂ ਗੱਲਾਂ ਬਾਤਾਂ ਨਿਕਲੀਆਂ ਨਹੀਂ ਨਿਕਲੀਆਂ, ਉਹ ਹਲੇ ਕਲੀਅਰ ਨਹੀਂ ਹੈ ਕਿਉਂਕਿ ਇਨਵੈਸਟੀਗੇਸ਼ਨ ਕੀ ਸਟੇਜ ਤੇ, ਮੈਂ ਵੀ ਨਹੀਂ ਉਸ ਦੇ ਬਾਰੇ ਅਪਡੇਟ ਹੈ। ਲੇਕਿਨ ਇਹ ਫੈਕਟ ਹੈ ਕਿ ਇਹਨਾਂ ਨੂੰ ਅਰੈਸਟ ਹਿਰਾਸਤ ਵਿੱਚ ਲਿਆ ਗਿਆ, ਇਹਨਾਂ ਤੋਂ ਪੁੱਛਗਿੱਛ ਕੀਤੀ ਗਈ। ਉਸ ਤੋਂ ਬਾਅਦ ਜਿਹੜੀ ਠੱਗ ਲਾਈਫ ਕੰਪਨੀ ਸੀ ਬੰਦ ਕਰਵਾਈ ਗਈ, ਜਾਂ ਉਹਦਾ ਜਿਹੜਾ YouTube ਚੈਨਲ ਸੀ ਬੰਦ ਕਰਾਇਆ ਗਿਆ। ਸੋ ਇਹ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ। ਸੋ ਉਹ ਸਮਾਂ ਸੀਗਾ। ਤੇ ਦੂਜੇ ਪਾਸੇ ਇੱਕ ਹੋਰ ਕੰਪਨੀ ਜੋ ਕਿ ਅਜੇ ਵੀ ਚੱਲਦੀ ਪਈ ਹੈ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹਾਂਗਾ ਕਿਉਂਕਿ ਉਹਦੇ ਕੁਝ ਹੋਰ ਫਿਰ ਰੀਜ਼ਨਸ ਹੋ ਸਕਦੇ ਨੇ, ਲੇਕਿਨ ਉਹ ਕੰਪਨੀਆਂ ਵੱਲੋਂ ਇਹ ਸਿਸਟਮ ਸ਼ੁਰੂ ਹੋ ਗਿਆ ਕਿਉਂਕਿ ਗੈਂਗਸਟਰਾਂ ਦਾ ਕਲਾਊਡ ਏਦਾਂ ਬਣ ਗਿਆ ਕਿ ਇਹ ਸਿੰਗਰਾਂ ਤੋਂ ਜ਼ਬਰਦਸਤੀ ਗਾਣੇ ਲੈਂਦੇ ਸੀ। ਤੇ ਇਹ ਮੈਂ ਪਹਿਲੀ ਵੀ ਰਿਪੋਰਟ ਵਿੱਚ ਜ਼ਿਕਰ ਕੀਤਾ ਕਿ ਸਿੱਧੂ ਵੀ ਆਪਣੀ ਮਰਜ਼ੀ ਦੇ ਨਾਲ ਸ਼ਾਇਦ ਠੱਗ ਲਾਈਫ ਨੂੰ ਨਹੀਂ ਦੇਣਾ ਚਾਹ ਰਿਹਾ ਹੋਏਗਾ ਗਾਣਾ, ਲੇਕਿਨ ਹੁਣ ਕਿਸ ਕਾਰਨ ਉਸ ਨੂੰ ਇਹ ਗਾਣਾ ਜਿਹੜਾ ਸੀ ਉਹਨੂੰ ਦੇਣਾ ਪਿਆ, ਜਾਂ ਇਹ ਗੱਲਾਂ ਬਾਤਾਂ ਹੋਈਆਂ, ਇਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ। ਕਿਉਂਕਿ ਹੁਣ ਸਿੱਧੂ ਮੂਸੇਵਾਲਾ ਨਹੀਂ ਨੇ ਤੇ ਉਹ ਆਪਣੇ ਬਾਰੇ ਗੱਲ ਸ਼ਾਇਦ ਉਹ ਸਪਸ਼ਟ ਨਾ ਵੀ ਕਰ ਪਾਉਣ, ਲੇਕਿਨ ਇਹਨਾਂ ਕਾਰਨਾਂ ਕਰਕੇ ਹੀ ਇੱਕ ਅਜਿਹੇ ਖੇਮੇ ਵੰਡੇ ਗਏ। ਇੰਡਸਟਰੀ ਤਾਂ ਨਹੀਂ ਵੰਡ ਹੋਈ, ਲੇਕਿਨ ਜਿਹੜੇ ਗੈਂਗਸਟਰ ਨੇ ਉਹਨਾਂ ਦੀ ਕੋਸ਼ਿਸ਼ ਸੀ ਕਿ ਚੰਗੇ ਜਿਹੜੇ ਗਾਇਕ ਹੈਗੇ ਨੇ ਉਹਨਾਂ ਦੇ ਗੀਤਾਂ ਨੂੰ ਹਥਿਆ ਲਿਆ ਜਾਵੇ ਤੇ ਆਪਣੇ ਮਰਜ਼ੀ ਦੇ ਜਿਹੜੇ ਲੇਬਲ ਨੇ, ਜਾਂ ਤਾਂ ਉਹਨਾਂ ਦੇ ਆਪਣੇ, ਹੁਣ ਠੱਗ ਲਾਈਫ ਤਾਂ ਇੱਕ ਆਪਣੇ ਲੇਬਲ ਗੈਂਗਸਟਰਾਂ ਨੇ ਖੜਾ ਕਰ ਲਿਆ, ਲੇਕਿਨ ਹੋਰ ਕੁਝ ਅਜਿਹੇ ਲੇਬਲ ਸੀ ਜੋ ਕਿ ਜੇ ਗੈਂਗਸਟਰਾਂ ਦੇ ਨਹੀਂ ਵੀ ਸੀ, ਅੱਜ ਵੀ ਚੱਲਦੇ ਪਏ ਨੇ, ਤਾਂ ਉਹਨਾਂ ਨੂੰ ਇਹ ਗਾਣੇ ਵੇਚਦੇ ਜਾਣ। ਯਾਨੀ ਕਿ ਕਿਸੇ ਲੇਬਲ ਨੂੰ ਸਿੰਗਰ ਤੋਂ ਗਾਣਾ ਲਿਆ ਤੇ ਉਹਨੂੰ ਮੋਟੇ ਪਾ ਦੇ ਉੱਤੇ ਕੋਈ ਚੰਗਾ ਸਿੰਗਰ ਹੋਏਗਾ ਤਾਂ 80 ਲੱਖ ਕਰੋੜ ਰੁਪਏ, ਉਹ ਫਿਰੌਤੀ ਹੀ ਹੈ। ਤੁਸੀਂ ਮੰਨੋ ਕਿ ਰੰਗਦਾਰੀ ਤੁਸੀਂ ਵਸੂਲਨੇ, ਤੁਸੀਂ ਕੈਸ਼ ਨਹੀਂ ਲਿਆ। ਮੈਂ ਦੱਸਿਆ ਸੀਗਾ ਵੀ 3 ਤਰੀਕੇ ਨੇ, ਇੱਕ ਤਾਂ ਤੁਸੀਂ ਰੰਗਦਾਰੀ ਸਿੱਧਾ ਕੈਸ਼ ਦੇ ਵਿੱਚ ਗੈਂਗਸਟਰ ਲੈਂਦੇ ਨੇ, ਦੂਸਰਾ ਸਿੰਗਰਾਂ ਤੋਂ ਇਹ ਗਾਣੇ ਲੈ ਲੈਂਦੇ ਨੇ ਇਸੇ ਤਰੀਕੇ ਦੇ ਨਾਲ, ਤੇ ਤੀਸਰਾ ਹੁੰਦਾ ਵੀ ਉਹਨਾਂ ਨੂੰ ਕਹਿੰਦੇ ਵੀ ਸਾਡੇ ਸ਼ੋਅ ਲਾਓ ਜਾ ਕੇ ਬਾਹਰ। 3 ਤਰੀਕੇ ਬਣੇ ਨੇ ਇਹਨਾਂ ਨੂੰ ਉਗਾਹੀ ਕਰਨ ਦੇ ਜਾਂ ਗੈਂਗਸਟਰ, ਤੇ ਸਿੰਗਰ ਮਜਬੂਰ ਹੈ ਇਹਦੇ ਚ। ਸਿੰਗਰਾਂ ਨੂੰ ਮੈਂ ਇੰਨਾ ਦੋਸ਼ੀ ਨਹੀਂ ਮੰਨਦਾ ਕਿਉਂਕਿ ਥ੍ਰੈਟਸ ਥੋੜੇ ਸਾਹਮਣੇ, ਤੇ ਜੋ ਹੁਣ ਸਿੱਧੂ ਮੂਸੇਵਾਲਾ ਦੇ ਨਾਲ ਹੋਇਆ ਉਸ ਤੋਂ ਬਾਅਦ ਤਾਂ ਇਹ ਪਰਸੈਪਸ਼ਨ ਹੋਰ ਵੱਜ ਗਈ। ਅੰਦਰ ਖਾਤੇ ਕਿੰਨੇ ਸਿੰਗਰ ਦੇ ਰਹੇ ਨੇ, ਲੇਕਿਨ ਇੱਥੇ ਗਿੱਪੀ ਗਰੇਵਾਲ ਵਰਗੀਆਂ ਮਿਸਾਲਾਂ ਵੀ ਨੇ। ਗਿੱਪੀ ਗਰੇਵਾਲ ਨੇ ਸਟੈਂਡ ਲਿਆ, ਪਰਮੀਸ਼ ਵਰਮਾ ਨੇ ਸਟੈਂਡ ਲਿਆ ਸੀ, ਉਹਨਾਂ ਤੇ ਗੋਲੀਆਂ ਚੱਲ ਗਈਆਂ, ਲੇਕਿਨ ਉਸ ਤੋਂ ਬਾਅਦ ਵੀ ਪਤਾ ਲੱਗਿਆ ਉਹਨਾਂ ਨੂੰ ਉਹ ਕੁਝ ਅਮਾਊਂਟ ਦੇਣਾ ਪਿਆ, 20 ਲੱਖ ਰੁਪਏ ਸ਼ਾਇਦ, ਹਨਾ, ਗੋਲੀਆਂ ਖਾ ਕੇ ਵੀ ਪੈਸਾ ਦੇਣਾ ਪਿਆ। ਗਿੱਪੀ ਗਰੇਵਾਲ ਵਾਸ ਐਡਮੈਂਟ, ਤੇ ਗਿੱਪੀ ਗਰੇਵਾਲ ਨਹੀਂ ਇਹਨਾਂ ਦੇ ਪਿੱਛੇ ਹਟੇ, ਤੇ ਉਹਨਾਂ ਨੂੰ ਕਿੰਨੀ ਜ਼ਿਆਦਾ ਸੁਰੱਖਿਆ ਇਸ ਵਕਤ ਮਿਲੀ ਹੋਈ ਹੈ। ਸੋ ਜਿਹੜਾ ਅੜੇਗਾ ਤੇ ਉਹ ਜਦ ਤੱਕ ਉਹ ਆਪਣੀ ਰੱਖਿਆ ਕਰਨ ਦੇ ਵਿੱਚ ਸਮਰੱਥ ਨਹੀਂ ਹੈ, ਤਦ ਤੱਕ ਉਹਦੇ ਲਈ ਇੱਕ ਬੜਾ ਵੱਡਾ ਖਤਰਾ ਰਹਿੰਦਾ, ਤੇ ਇਹੀ ਕਾਰਨ ਹੈ। ਐਂਡ ਦੈਟ ਇਜ਼ ਦ ਮੋਸਟ ਅਨਫੋਰਚੂਨੇਟ ਪਾਰਟ। ਸਾਡੀ ਮਿਊਜ਼ਿਕ ਇੰਡਸਟਰੀ ਨੂੰ ਮੈਂ ਕਹਾਂਗਾ ਵੀ ਨਜ਼ਰ ਲੱਗ ਚੁੱਕੀ ਹੈ ਗੈਂਗਸਟਰਾਂ ਦੀ, ਅੰਡਰਵਰਲਡ ਦੀ, ਕਿਉਂਕਿ ਇਹਨਾਂ ਨੂੰ ਲੱਗਿਆ ਵੀ ਪੈਸਾ ਇੱਥੇ ਹੈ। ਸੋ ਪੈਸਾ ਇੱਥੇ ਹੈ ਤੇ ਅਸੀਂ ਪੈਸੇ ਲੈਣ ਦੀ ਬਜਾਏ ਇਹਨਾਂ ਤੋਂ ਗਾਣੇ ਲੈ ਲਈਏ, ਕੰਪਨੀਆਂ ਖੋਲ ਲਈਏ। ਯੂ ਵੋਂਟ ਬਿਲੀਵ, ਚਰਚਾ ਹੁੰਦੀ ਸੀ ਹੋਮਲੈਂਡ ਹਾਈਟਸ ਦੀ, ਹਾਲਾਂਕਿ ਜੇ ਸਾਰੇ ਹੋਮਲੈਂਡ ਜਿਹੜੀ ਸੁਸਾਇਟੀ ਹੈ ਉੱਥੇ ਉਹਦਾ ਟੋਲਾ ਹੀ ਹੈ ਜਿਹਨੂੰ ਕਹਿੰਦੇ ਸੀਗੇ ਵੀ ਇਹ ਸਾਰੇ ਉੱਥੇ
ਬਹੁਤ ਕੁਝ ਹੁੰਦਾ ਹੈ, ਬਹੁਤ ਸੇ ਅਜਿਹੇ ਲੋਕ ਨੇ। ਲੇਕਿਨ ਉੱਥੇ ਇੱਕ ਮੋਹਾਲੀ ਦੇ ਵਿੱਚ ਇੱਕ ਹੋਰ ਵੀ ਸੁਸਾਇਟੀ ਹੈ ਜਿੱਥੇ ਕਿ ਯੂਟਿਊਬਰਸ, ਮਿਊਜ਼ਿਕ ਲੇਬਲਸ ਜਿਹੜੇ ਹੈ, ਬਹੁਤ ਸਾਰੀ ਕੰਪਨੀਆਂ, ਬਹੁਤ ਸੇ ਬੰਦੇ ਉਸ ਸੁਸਾਇਟੀ ਦੇ ਵਿੱਚ ਵੀ ਰਹਿੰਦੇ ਨੇ। ਤੇ ਉੱਥੇ ਤੁਸੀਂ ਜੇ ਚੈੱਕ ਕਰਨ ਜਾਓਗੇ ਤਾਂ ਤੁਹਾਨੂੰ ਬਥੇਰੇ ਲੋਕਾਂ ਦੇ YouTube ਚੈਨਲ ਤੇ ਕੰਪਨੀਆਂ ਮਿਲ ਜਾਣਗੀਆਂ, ਬਥੇਰੇ ਲੈਬਲ ਮਿਲ ਜਾਣਗੇ। ਤੇ ਜੇ ਗਹਿਰਾਈ 'ਚ ਇਨਵੈਸਟੀਗੇਸ਼ਨ ਕਰੋਗੇ ਤਾਂ ਅੱਜ ਮੈਂ ਤੁਹਾਨੂੰ ਏਦਾਂ ਵੀ ਦੱਸ ਦਾਂਗਾ ਕਿ ਬਥੇਰੇ ਪੁਲਿਸ ਅਫਸਰਾਂ ਦੇ ਵੀ ਜਿਹੜੇ YouTube ਚੈਨਲ ਚੱਲਦੇ ਨੇ, ਇਹੋ ਜਿਹੀ ਮਿਊਜ਼ਿਕ ਕੰਪਨੀਆਂ ਚੱਲਦੀਆਂ ਨੇ। ਸੋ ਇਹ ਬਹੁਤ ਕੁਛ ਹੈ, ਇਹਦੇ ਗਹਿਰਾਈ ਦੇ ਵਿੱਚ ਜਾਓਗੇ ਤਾਂ ਬਹੁਤ ਕੁਝ ਲੱਭੇਗਾ। ਲੇਕਿਨ ਆਈ ਹੋਪ ਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਹੁਣ ਇਸ ਚੀਜ਼ ਨੂੰ ਰੋਕੇਗੀ। ਇਸ ਉੱਤੇ ਦਬਿਸ਼ ਕਰਨੀ ਬਹੁਤ ਜ਼ਰੂਰੀ ਹੋ ਗਈ ਹੈ, ਕਿਉਂਕਿ ਹੁਣ ਇਹ ਕ੍ਰਾਈਮ ਜਿਹੜਾ ਵੱਡਾ ਹੋ ਰਿਹਾ ਹੈ ਉਸ ਪੱਖੋਂ ਸਭ ਨੂੰ ਪਰੇਸ਼ਾਨ ਕਰ ਰਿਹਾ ਹੈ। ਸਿਰਫ ਹੁਣ ਸਿੰਗਰ ਪਰੇਸ਼ਾਨ ਨਹੀਂ, ਆਮ ਆਦਮੀ ਵੀ ਪਰੇਸ਼ਾਨ ਹੈ। ਗੈਂਗਸਟਰ ਤੋਂ ਅੱਕ ਚੁੱਕੇ ਨੇ ਤੇ ਥੱਕ ਚੁੱਕੇ ਨੇ। ਹੁਣ ਤਾਂ ਵੀ ਜੇ ਸਰਕਾਰਾਂ ਦੇ ਪੁਲਿਸ ਸਰਕਾਰ ਵੀ ਪਰੇਸ਼ਾਨ ਲੱਗ ਰਹੀ, ਜਿਸ ਤਰ੍ਹਾਂ ਉਹਨਾਂ ਦੀ ਇਮੇਜ ਨੂੰ ਢਾਹ ਲੱਗ ਰਹੀ ਹੈ, ਕ੍ਰੈਡੀਬਿਲਿਟੀ ਦੇ ਕੁਐਸਚਨ ਉੱਠ ਰਹੇ ਨੇ, ਜਾਂ ਵੀ ਜਸਟਿਸ ਦਿਵਾਉਣ 'ਚ ਇੰਨੀ ਦੇਰੀ ਕਿਉਂ ਆ ਰਹੀ ਹੈ, ਇਹ ਗੱਲਾਂ ਹੋ ਰਹੀਆਂ ਨੇ। ਜਿਵੇਂ ਤੁਸੀਂ ਬੜਾ ਇੰਟਰਸਟਿੰਗ ਪੁਆਇੰਟ ਮੈਂਸ਼ਨ ਕੀਤਾ ਵੀ ਪੁਲਿਸ ਆਫੀਸ਼ੀਅਲ ਜਾਂ ਅਫਸਰਾਂ ਦੇ ਵੀ ਕੰਪਨੀਆਂ ਹੈਗੀਆਂ ਨੇ, ਕਿਉਂਕਿ ਇੰਨਾ ਇੰਟਰਮਿਕਸਿੰਗ ਹੋ ਚੁੱਕੀ ਹੈ, ਇੰਨਾ ਇੰਟਰਲਿੰਕਡ ਹੈ ਸਭ ਕੁਝ। ਮੈਂ ਇਹ ਨਹੀਂ ਕਹਿ ਰਿਹਾ ਕਿ ਵੱਡੇ ਅਫਸਰਾਂ ਦੀ, ਮੈਂ ਵੱਡੇ ਅਫਸਰਾਂ ਦੀ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਵੀ ਕੋਈ ਮੁਲਾਜ਼ਮ ਲੈਵਲ ਦੇ ਜਿਹੜੇ ਪੁਲਿਸ ਦੇ ਹੈਗੇ ਨੇ, ਜਿਨ੍ਹਾਂ ਨੂੰ ਇਸ ਸਬਜੈਕਟ ਦੇ ਵਿੱਚ ਇੰਟਰਸਟ ਹੈ, ਰੁਚੀ ਹੈ, ਉਹਨਾਂ ਨੇ ਆਪਣੇ ਲੈਵਲ ਖੋਲ ਰੱਖੇ ਨੇ। ਮੈਂ ਜਾਣੂ ਇਹਨਾਂ ਨਾਲ। ਅਜਿਹਾ ਨਹੀਂ ਕਿ ਉਹ ਟੋਟਲੀ ਇਲੀਗਲ ਹੋਏਗਾ ਤੇ ਉਹ ਗਲਤ ਕੰਮ ਹੀ ਕਰ ਰਹੇ ਹੋਣਗੇ, ਲੇਕਿਨ ਹੈ ਮਤਲਬ ਇਹ ਮਿਊਜ਼ਿਕ ਦਾ ਜਿਹੜਾ ਬਿਜ਼ਨਸ ਹੈ ਇਹ ਫਲਰਿਸ਼ ਕਰ ਰਿਹਾ ਹੈ। ਲੇਕਿਨ ਉਸੇ ਫਲਰਿਸ਼ਿੰਗ ਇੰਡਸਟਰੀ ਦੇ ਵਿੱਚ ਗੈਂਗਸਟਰਾਂ ਦੀ ਐਂਟਰੀ ਹੋ ਜਾਂਦੀ ਹੈ ਤੇ ਫਿਰ ਉਹ ਆਪਣੇ ਤਰੀਕੇ ਦੇ ਨਾਲ ਚੀਜ਼ਾਂ ਨੂੰ ਮੈਨੀਪੂਲੇਟ ਕਰਦੇ ਨੇ, ਧੱਕਾ ਕਰਕੇ, ਜਿਵੇਂ ਕਬੱਡੀ ਦੇ ਵਿੱਚ ਹੋਇਆ। ਸੇਮ ਸਿਚੁਏਸ਼ਨ ਮਿਊਜ਼ਿਕ ਦੇ ਵਿੱਚ ਵੀ ਹੋ ਗਈ। ਅਜੇਪਾਲ ਮਿੱਡੂ ਖੇੜਾ ਦੀ ਗੱਲ ਕਰੀਏ, ਸਿੱਧੂ ਮੂਸੇਵਾਲੇ ਦੇ ਫਾਦਰ ਦੀ ਮੰਗ ਸੀਗੀ ਵੀ ਜਦੋਂ ਮੇਰਾ ਪੁੱਤ ਜਿਉਂਦਾ ਸੀ, ਉਹਨਾਂ ਨੇ ਬਿਆਨ ਦਿੱਤਾ ਸੀ ਵੀ ਉਦੋਂ ਲਗਾਤਾਰ ਪ੍ਰੈਸ ਕਾਨਫਰੰਸਿਸ ਹੋ ਰਹੀਆਂ ਸੀ ਜਾਂ ਲਗਾਤਾਰ ਬਿਆਨ ਦਿੱਤੇ ਜਾ ਰਹੇ ਸੀ ਉਹਨਾਂ ਵੱਲੋਂ, ਤੇ ਹੁਣ ਉਹ ਕਿਉਂ ਚੁੱਪ ਹੋ ਗਏ, ਕਿਉਂ ਖਾਮੋਸ਼ ਹੋ ਗਏ ਇੱਕਦਮ? ਕਿ ਉਹਨਾਂ ਨੂੰ ਆਪਣਾ ਨਿਆਂ ਮਿਲ ਗਿਆ, ਜਸਟਿਸ ਹੋ ਗਈ ਉਹਨਾਂ ਨਾਲ? ਤਾਂ ਹੁਣ ਪੁਲਿਸ ਨੇ ਉਹਨਾਂ ਨੂੰ ਵੀ ਬੁਲਾਇਆ, ਅਜੇਪਾਲ ਮਿੱਡੂ ਖੇੜਾ ਨਾਲ ਵੀ ਕੁਐਸਚਨਿੰਗ ਕੀਤੀ ਗਈ ਹੈਗੀ ਹੈ। ਇਸ ਚੀਜ਼ ਨੂੰ ਕਿਵੇਂ ਦੇਖਦੇ? ਦੇਖੋ, ਅਜੇ ਮਿੱਡੂ ਖੇੜਾ ਦੇ ਭਰਾ ਦਾ ਕਤਲ ਹੋਇਆ, ਕਿਸੇ ਦੇ ਵੀ ਭਰਾ ਦਾ ਕਤਲ ਹੋਏਗਾ, ਬੇਟੇ ਦਾ ਕਤਲ ਹੋਏਗਾ, ਉਹਦੀ ਜ਼ਿੰਮੇਵਾਰੀ ਬਣਦੀ ਹੈ। ਤੇ ਜੇ ਉਹ ਆਪਣਾ ਮੰਗ ਚੁੱਕ ਰਹੇ ਸੀ, ਉਹ ਕੋਈ ਗਲਤ ਮੰਗ ਨਹੀਂ ਚੁੱਕ ਰਹੇ। ਮੈਂ ਇਹ ਚੀਜ਼ ਹਮੇਸ਼ਾ ਮੰਨਦਾ ਰਿਹਾ, ਮੈਂ ਕਹਿੰਦਾ ਵੀ ਰਿਹਾ। ਮੈਂ ਸਰਦਾਰ ਬਲਕੌਰ ਸਿੰਘ ਨੂੰ ਵੀ ਜ਼ਿਕਰ ਕੀਤਾ ਸੀ, ਮੈਂ ਕਿਹਾ ਜੀ ਕਿਸੇ ਦਾ ਵੀ ਭਰਾ ਜੇ ਮਾਰਿਆ ਜਾਏਗਾ, ਉਹਨੂੰ ਜਿਸ ਉੱਤੇ ਵੀ ਸ਼ੱਕ ਹੋਏਗਾ ਉਸਦਾ ਨਾਂ ਉਹ ਜ਼ਰੂਰ ਲਏਗਾ। ਤੇ ਉਹਦੇ 'ਚ ਜ਼ਿੰਮੇਵਾਰੀ, ਗੈਰ ਜ਼ਿੰਮੇਵਾਰੀ ਦੀ ਆਸ ਕਰਨਾ ਉਸ ਤੋਂ, ਇਹ ਮਾਇਨੇ ਤਾਂ ਹੋ ਸਕਦੇ ਨੇ, ਬੇਮਾਇਨਾ ਵੀ ਹੋ ਸਕਦਾ ਹੈ। ਲੇਕਿਨ ਜਿਵੇਂ ਅੱਜ ਸਰਦਾਰ ਬਲਕੌਰ ਸਿੰਘ ਖੁਦ ਕਿੰਨੇ ਲੋਕਾਂ ਦੇ ਉਹਨਾਂ ਨੇ ਨਾਂ ਲਏ ਨੇ, ਹੁਣ ਉਹਦੇ 'ਚ ਬੱਬੂ ਮਾਨ ਵੀ ਆ ਜਾਂਦਾ, ਸਾਰੇ ਆ ਰਹੇ ਨੇ ਲੋਕਾਂ ਦੇ ਨਾ, ਮਤਲਬ ਪੁਲਿਸ ਕੋਲ ਤਾਂ ਲਏ ਨੇ, ਚਲੋ ਮੀਡੀਆ ਦੇ ਵਿੱਚ ਉਹਨਾਂ ਨੇ ਗੱਲਾਂ ਨਹੀਂ ਕੀਤੀਆਂ ਹੋਣਗੀਆਂ, ਲੇਕਿਨ ਉਹਨਾਂ ਨੂੰ ਅੰਦਰੋਂ ਮਹਿਸੂਸ ਹੁੰਦਾ ਹੈ। ਸੋ ਜਦੋਂ ਐਜ਼ ਏ ਪਰਿਵਾਰ ਆਪਾਂ ਵੇਖਦੇ ਹਾਂ ਤੇ ਸਾਨੂੰ ਲੱਗਦਾ ਵੀ ਸਾਡੇ ਨਾਲ ਧੱਕਾ ਹੋਇਆ, ਸਾਡੇ ਕਿਸੇ ਜੀ ਨੂੰ ਮਾਰਤਾ ਗਿਆ। ਸੰਦੀਪ ਦੰਗਲ ਦੀ ਪਤਨੀ ਨੇ, ਉਹਨਾਂ ਨੇ ਵੀ ਨਾਂ ਲਏ ਹਨਾ, ਮੇਰੇ ਪਲੇਟਫਾਰਮ ਤੋਂ ਹੀ ਉਹਨਾਂ ਨੇ ਵੀ ਪਹਿਲੀ ਵਾਰ ਖੁੱਲ ਕੇ ਗੱਲ ਕੀਤੀ ਸੀ, ਹੁਣ ਉਹਨਾਂ ਨੇ ਬਾਅਦ ਦੇ ਵਿੱਚ ਗੱਲ ਕੀਤੀ ਹੈ। ਸੋ ਜਿਹਦਾ ਜੀ ਗਿਆ ਹੁੰਦਾ ਜੀ, ਉਹਦੀ ਗੱਲਾਂ ਤੇ ਉਹਦੀਆਂ ਗੱਲਾਂ ਜਾਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ, ਉਹਨਾਂ ਨੂੰ ਤਾਂ ਆਪਾਂ ਨੂੰ ਥੋੜੇ ਜਿਹੇ ਪੇਸ਼ੈਂਸ ਦੇ ਨਾਲ ਹੀ ਦੇਖਣਾ ਪਏਗਾ, ਥੋੜੇ ਜਿਹੇ ਥਰਮੇ ਦੇ ਨਾਲ ਉਹਨਾਂ ਨੂੰ ਬਰਦਾਸ਼ਤ ਕਰਨਾ ਪਏਗਾ, ਚਾਹੇ ਕਈ ਵਾਰ ਉਹ ਇਰੀਜ਼ਨੇਬਲ ਵੀ ਲੱਗ ਸਕਦੀਆਂ ਨੇ, ਹੋ ਸਕਦੀਆਂ ਨੇ। ਲੇਕਿਨ ਐਟ ਦ ਸੇਮ ਪੁਆਇੰਟ ਇਨ ਟਾਈਮ ਕੀ ਅਜੇਪਾਲ ਮਿੱਡੂ ਖੇੜਾ ਦੇ ਕੋਈ ਕੰਟੈਕਟਸ ਰਹੇ ਨੇ ਇਸ ਦੌਰਾਨ? ਕਿਉਂਕਿ ਜਿਹੜਾ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਨਾਂ ਲਿਆ ਜਾਂ ਜ਼ਿਕਰ ਕੀਤਾ ਉਹਨਾਂ ਨੇ, ਇਹ ਸਾਰੀਆਂ ਗੱਲਾਂ ਬਾਤਾਂ ਤਾਂ ਦਿੱਲੀ ਪੁਲਿਸ ਵੱਲੋਂ ਇਨਪੁਟਸ ਆਈਆਂ ਨਾ। ਇਹ ਤੁਸੀਂ ਦੇਖੋ ਵੀ ਸ਼ਗਨਪ੍ਰੀਤ ਦਾ ਜਿਹੜਾ ਐਂਗਲ ਸੀ, ਜਾਂ ਸ਼ਗਨਪ੍ਰੀਤ ਦਾ ਨਾਂ ਉੱਭਰਨਾ, ਤੇ ਸ਼ਗਨਪ੍ਰੀਤ ਦੀ ਜਿਹੜੀ ਐਸੋਸੀਏਸ਼ਨ ਸੀ, ਲੋਕ ਕਹਿੰਦੇ ਸ਼ਗਨਪ੍ਰੀਤ ਦਾ ਕਈ ਵਾਰ ਇਹ ਵੀ ਚੱਕਰ ਹੋਇਆ ਵੀ ਚਰਚਾਵਾਂ ਹੋਈਆਂ ਸ਼ਗਨਪ੍ਰੀਤ ਕੀ ਸਿੱਧੂ ਮੂਸੇਵਾਲਾ ਦਾ ਮੈਨੇਜਰ ਸੀ, ਨਹੀਂ ਸੀ। ਉਹ ਬਾਅਦ ਵਿੱਚ ਨਿਕਲਿਆ ਕਿ ਮੈਨੇਜਰ ਤਾਂ ਕੋਈ ਹੋਰ ਨੇ, ਬੰਟੀ ਪੈਂਸ ਸ਼ਾਇਦ ਉਹਨਾਂ ਦਾ ਮੈਨੇਜ ਕਰਦੇ ਰਹੇ ਨੇ। ਲੇਕਿਨ ਸ਼ਗਨਪ੍ਰੀਤ ਵੀ ਬਹੁਤ ਨੇੜੇ ਸੀ, ਐਂਡ ਇਟ ਵਾਜ਼ ਅ ਫੈਕਟ। ਸ਼ਗਨਪ੍ਰੀਤ ਸਿੱਧੂ ਨਾਲੋਂ ਕਿਸੇ ਮੈਨੇਜਰ ਤੋਂ ਵੀ ਨੇੜੇ ਸੀ। ਸੋ ਉਹ ਗੱਲਾਂ ਬਾਤਾਂ ਆਈਆਂ। ਹੁਣ ਉਹ ਸਾਰੇ ਜਦੋਂ ਚੀਜ਼ਾਂ ਨਿਕਲੀਆਂ ਤਾਂ ਫਿਰ ਅਜੇ ਮਿੱਡੂ ਖੇੜਾ ਨੇ ਜ਼ਿਕਰ ਕਰਤਾ। ਹੁਣ ਇਹੀ ਕਾਰਨ ਬਣਿਆ ਕਿਉਂਕਿ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਜ਼ਿਕਰ ਕੀਤਾ, ਤੇ ਉਸੇ ਦਿਨ ਇਨਫੈਕਟ ਜਦੋਂ ਇਹ ਖਬਰ ਆਈ ਹੈ ਤਾਂ ਉਸੇ ਦਿਨ ਮੈਨੂੰ ਗੋਲਡੀ ਬਰਾੜ ਤੇ ਦੂਸਰੀ ਵਾਰ ਕੰਟੈਕਟ ਕੀਤਾ ਸੀ ਕਿ ਉਸਨੇ ਕਿਹਾ ਕਿ ਆ ਗਈ ਹੈ ਕਿ ਸਿੱਧੂ ਮੂਸੇਵਾਲਾ ਦਾ ਨਾਂ ਆ ਰਿਹਾ, ਤੁਸੀਂ ਇਸ ਚੀਜ਼ ਨੂੰ ਇਨਵੈਸਟੀਗੇਟ ਕਰੋ ਤੇ ਜ਼ਰੂਰ ਇਸ ਉੱਤੇ ਕਦੇ ਰਿਪੋਰਟ ਬਣਾਇਓ, ਜੋ ਕਿ ਮੈਂ ਨਹੀਂ ਬਣਾਈ, ਮੈਂ ਬਣਾ ਨਹੀਂ ਸਕਿਆ ਕਿਉਂਕਿ ਮੈਂ ਨਹੀਂ ਉਸਦੇ ਵਿੱਚ ਗਹਿਰਾਈ ਜਾ ਸਕਿਆ। ਸੋ ਲੇਕਿਨ ਜਦੋਂ ਫਿਰ ਕਤਲ ਹੋ ਜਾਂਦਾ ਹੈ ਤਾਂ ਫਿਰ ਉਹ ਸਾਰੀਆਂ ਗੱਲਾਂ ਬਾਤਾਂ ਦਾ ਮਾਇਨਾ ਚੇਂਜ ਹੋ ਜਾਂਦਾ ਹੈ। ਫਿਰ ਉਹ ਬੰਦਾ ਅਜੇ ਮਿੱਡੂ ਖੇੜਾ ਜੋ ਆਪਣੇ ਭਰਾ ਦੀ ਮੰਗ ਕਰ ਰਿਹਾ ਸੀ ਜਾਂ ਕਹਿ ਰਿਹਾ ਸੀ, ਹੁਣ ਇਹ ਪਤਾ ਨਹੀਂ ਸ਼ਾਇਦ ਉਸਨੂੰ ਅੰਦਾਜ਼ਾ ਸੀ ਜਾਂ ਨਹੀਂ ਸੀ ਵੀ ਐਡੀ ਵੱਡਾ ਐਕਸ਼ਨ ਹੋ ਜਾਏਗਾ। ਕੁਛ ਹੀ ਦੇਰ ਬਾਅਦ ਆਈ ਥਿੰਕ ਅਪ੍ਰੈਲ ਦੇ ਪਹਿਲੇ ਹਫ਼ਤੇ ਦੇ ਵਿੱਚ ਇਹ ਸਾਰੀ ਚਰਚਾਵਾਂ ਆਈਆਂ ਤੇ 29 ਮਈ ਨੂੰ ਤਕਰੀਬਨ 1.5 ਮਹੀਨੇ ਦੇ ਵਿੱਚ ਮਤਲਬ ਸਿੱਧੂ ਮੂਸੇਵਾਲਾ ਨੂੰ ਹੱਤਿਆ ਕਰਤੀ ਗਈ। ਸੋ ਇਹ ਚੀਜ਼ਾਂ ਬੜੀਆਂ ਸਰਕਮਸਟੈਂਸ਼ੀਅਲ ਹੁੰਦੀਆਂ ਨੇ। ਜਦੋਂ ਮੰਗ ਕਰ ਰਿਹਾ ਸੀ ਕਿ ਮੇਰੇ ਭਰਾ ਦੇ ਨਾਲ ਇਨਸਾਫ ਨਹੀਂ ਹੋ ਰਿਹਾ, ਉਸ ਵਕਤ ਐਂ ਲੱਗ ਰਿਹਾ ਸੀ ਕਿ ਸ਼ਾਇਦ ਇਹਦੇ ਨਾਲ ਵਧੀਕੀ ਹੋ ਰਹੀ ਹੈ। ਲੇਕਿਨ ਜਦੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਹੋ ਜਾਂਦੀ ਹੈ ਤਾਂ ਫਿਰ ਉਹ ਸ਼ੱਕ ਦੇ ਦਾਇਰੇ 'ਚ ਆ ਗਿਆ
ਸੋ ਯੂ ਨੈਵਰ ਨੋ ਵਟ ਇਜ਼ ਦ ਸਿਚੁਏਸ਼ਨ। ਲੇਕਿਨ ਹੁਣ ਵੀ ਐਕਸਪੈਕਟ ਕਿ ਉਹੀ ਮੈਂ ਕਹਿ ਰਿਹਾ ਵੀ ਸਾਡੀ ਆਸ ਸਿਰਫ ਇਹ ਹੈ ਕਿ ਪੰਜਾਬ ਪੁਲਿਸ ਜਾਂ ਮਾਨਸਾ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਫੇਅਰ ਤਰੀਕੇ ਦੇ ਨਾਲ ਕਰਨ। ਇਹ ਆਸ ਹੈ, ਕਿਸੇ ਦਬਾਅ ਦੇ ਵਿੱਚ ਆ ਕੇ ਨਾ ਕਰਨ, ਚਾਹੇ ਉਹ ਫਿਰ ਕਿਸੇ ਵੀ ਰਿਸ਼ਤੇਦਾਰ ਦਾ ਦਬਾਅ ਹੋਵੇ। ਮੈਂ ਇਸ ਚੀਜ਼ ਨੂੰ ਬਾਕਾਇਦਾ ਕਹਿਣਾ ਚਾਹੁੰਦਾ, we want to get to the bottom of the truth। ਇਹ ਨਹੀਂ ਵੀ ਕਿਸੇ ਸਿੰਗਰ ਨੂੰ ਜਾਂ ਕਿਸੇ ਵੀ ਬੰਦੇ ਨੂੰ ਖਾਮਖੌਸ ਦੀ ਵਿਕਟਮਾਈਜੇਸ਼ਨ ਕੀਤੀ ਜਾਏ, ਲੇਕਿਨ ਐਟ ਦ ਸੇਮ ਪੁਆਇੰਟ ਜੇ ਉਹ ਦੋਸ਼ੀ ਨੇ ਤਾਂ ਫਿਰ ਤੁਸੀਂ ਕੱਢੋ ਉਹਨਾਂ ਦੇ ਪੂਰੇ ਪੋਤੜੇ ਜਿਹੜੇ ਨੇ ਫਰੋਲਤ ਦੀ ਲੋੜ ਹੈ। ਸਿਰਫ ਇਸ ਵਾਸਤੇ ਖਾਨਾ ਪੂਰਤੀ ਨਾ ਹੋਵੇ ਵੀ ਯਾਰ ਹੁਣ ਗੋਲਡੀ ਬਰਾੜ ਦੇ ਉੱਤੇ ਤਾਂ ਇੱਕ ਕੁੜੀਕੀ 'ਚ ਫਸੇ ਹੋਏ ਆ, ਕਿਸੇ ਤਰੀਕੇ ਨਾਲ ਨਿਕਲਣਾ ਤਾਂ ਫਿਰ ਕੁਝ ਅਜਿਹੀ ਐਕਸ਼ਨ ਦੇ ਵਿੱਚ ਆਓ ਤਾਂ ਕਿ ਖਬਰ ਦਾ ਲੈਵਲ ਉੱਤੇ ਹੋਵੇ, ਅਖਬਾਰਾਂ ਦਾ, ਟੀਵੀ ਚੈਨਲਾਂ ਦਾ ਧਿਆਨ ਉਸ ਪਾਸਿਓਂ ਹਟ ਕੇ ਇਸ ਪਾਸੇ ਲੱਗੇ। ਜੇ ਇਹੀ ਨੂਰਾ ਕੁਸ਼ਤੀ ਚੱਲਦੀ ਰਹੀ ਤਾਂ ਫਿਰ ਨਾ ਤਾਂ ਸੜਕਾਂ ਤੇ ਲੋਕ ਮਰਨੇ ਬੰਦ ਹੋਣਗੇ ਤੇ ਨਾ ਹੀ ਪੰਜਾਬ ਦੇ ਹਾਲਾਤ ਬਿਹਤਰ ਹੋਣਗੇ। ਸੋ ਦੇ ਨੀਡ ਟੂ ਬੀ ਸੀਰੀਅਸ ਐਂਡ ਆਈ ਹੋਪ ਕਿ ਇਸ ਵਕਤ ਪੁਲਿਸ ਸੀਰੀਅਸ ਹੈ ਤੇ ਇਹ ਲੋਕਾਂ ਤੋਂ ਸੀਰੀਅਸਲੀ ਪੁੱਛਗਿੱਛ ਹੋ ਰਹੀ ਹੈ, ਇੱਕ ਮਕਸਦ ਦੇ ਨਾਲ ਹੋ ਰਹੀ ਹੈ, ਜੋ ਕਿ ਇੱਕ ਸਹੀ ਮਕਸਦ ਹੈ ਇਨਵੈਸਟੀਗੇਸ਼ਨ ਤੇ ਪੱਖੋਂ ਤੇ ਸੱਚਾਈ ਤੱਕ ਤਹਿ ਤੱਕ ਪਹੁੰਚਣ ਦੇ ਪੱਖੋਂ। ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਰਿਤੇਸ਼ ਜੀ। ਤੁਸੀਂ ਸਾਰੀ ਪਿਕਚਰ ਜਿਹੜੀ ਹੈ ਪੂਰੀ ਕੋਆਪਰੇਟ ਕਰਕੇ ਜੋੜੀ ਹੈ ਤੇ ਦਰਸ਼ਕਾਂ ਨੂੰ ਤਾਂ ਕਿ ਸਮਝ ਆ ਸਕੇ ਵੀ ਕੀ ਚੱਲ ਰਿਹਾ ਬਿਹਾਈਂਡ ਦ ਸੀਨਸ ਤੇ ਕਿਉਂ ਇਹ ਜਿਹੀ ਡਿਵੈਲਪਮੈਂਟਸ ਹੋ ਰਹੀਆਂ ਨੇ। ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ। ਥੈਂਕ ਯੂ।